ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਸਵਾਗਤ ਹੈ ਤੁਹਾਡਾ ਵਨ ਲਾਈਨਰ ਕਰੰਟ ਅਫੇਅਰ ਦੀ ਸੀਰੀਜ਼ ਜੋ ਕਿ ਸਪੈਸ਼ਲ ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਜਾਂ ਹੋਰ ਜਿੰਨੇ ਵੀ ਪੰਜਾਬ ਦੇ ਐਗਜ਼ਾਮ ਆਉਣ ਵਾਲੇ ਨੇ ਉਹਨਾਂ ਦੇ ਲਈ ਇਸ ਵੀਡੀਓ ਸੀਰੀਜ਼ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ 8th ਤੋਂ ਲੈ ਕੇ 14th ਮਈ ਤੱਕ ਦੇ ਕਰੰਟ ਅਫੇਅਰ ਦੇਖਾਂਗੇ। ਮੀਨਸ 8 ਤੋਂ ਲੈ ਕੇ 14 ਮਈ ਤੱਕ ਦੇ ਕਰੰਟ ਅਫੇਅਰ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ। ਇਹ ਜੋ ਵਨ ਲਾਈਨਰ ਕਰੰਟ ਅਫੇਅਰ ਨੇ ਇਹਦੇ ਵਿੱਚ ਆਪਾਂ ਸਪੋਰਟਸ ਦੇ ਦੇਖਦੇ ਹਾਂ, ਕੋਈ ਇੰਪੋਰਟੈਂਟ ਨਿਊਜ਼ ਹੁੰਦੀਆਂ ਆ ਜਿਵੇਂ ਕੋਈ ਸਟੇਟ ਜਾਂ ਕੋਈ ਸੈਂਟਰ ਦੀ ਇੰਪੋਰਟੈਂਟ ਨਿਊਜ਼ ਹੋਵੇ, ਕੁਝ ਇੰਪੋਰਟੈਂਟ ਡੇਜ਼ ਹੁੰਦੇ ਆ, ਅਵਾਰਡਸ ਹੁੰਦੇ ਆ, ਬੁੱਕਸ, ਔਰਥਰ ਵਗੈਰਾ। ਇਹ ਉਹ ਕਰੰਟ ਅਫੇਅਰ ਆ ਜਿਹੜੇ ਵਨ ਲਾਈਨਰ ਹੁੰਦੇ ਆ, ਆਪਾਂ ਇਸ ਵੀਡੀਓ ਵਿੱਚ ਕਵਰ ਕਰਦੇ ਹਾਂ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਕਰੰਟ ਅਫੇਅਰ ਦੀਆਂ ਦੋ ਸੀਰੀਜ਼ ਆ ਰਹੀਆਂ ਨੇ। ਇੱਕ ਤਾਂ ਫੁੱਲ ਡਿਟੇਲ ਵਿੱਚ ਆ ਰਹੀ ਆ, ਉਹ ਜਿਵੇਂ ਕਿ PCS ਦੀ ਤਿਆਰੀ ਕਰਨੀ ਤੁਸੀਂ ਜਾਂ ਉਹ PPSC ਦਾ ਕੋਈ ਵੀ ਐਗਜ਼ਾਮ ਆ ਉਹਦੇ ਵਿੱਚ ਇੰਪੋਰਟੈਂਟ ਹੁੰਦੀ ਆ। ਪਲੱਸ ਜਿਹੜੀ ਆਪਾਂ ਵਨ ਲਾਈਨਰ ਦੀ ਗੱਲ ਕਰਦੇ ਹਾਂ ਇਹ ਵੀ ਦੋਨਾਂ ਵਿੱਚ ਹੀ ਇੰਪੋਰਟੈਂਟ ਹੁੰਦੀ ਆ, ਚਾਹੇ ਤੁਸੀਂ PPSC ਦਾ ਐਗਜ਼ਾਮ ਦੇਣਾ ਹੈ ਚਾਹੇ ਤੁਸੀਂ ਐਕਸਾਈਜ਼ ਇੰਸਪੈਕਟਰ ਦਾ। ਲੇਕਿਨ ਜੋ ਐਕਸਾਈਜ਼ ਇੰਸਪੈਕਟਰ ਦਾ ਲੈਵਲ ਆ ਉਹ ਉਮੀਦ ਹੈ ਸਾਨੂੰ ਉਹਨਾਂ ਦੇ ਕਰੰਟ ਅਫੇਅਰ ਦਾ ਲੈਵਲ ਇੰਨਾ ਕੀ ਰਹੂਗਾ, ਤੇ ਸਪੈਸ਼ਲੀ ਐਕਸਾਈਜ਼ ਇੰਸਪੈਕਟਰ ਦੇ ਲਈ ਆ। ਠੀਕ ਹੈ, ਤੁਸੀਂ ਹੋਰ ਲਈ ਵੀ ਦੇਖ ਸਕਦੇ ਹੋ ਲੇਕਿਨ ਐਕਸਾਈਜ਼ ਇੰਸਪੈਕਟਰ ਨੂੰ ਇਹ ਫੋਕਸ ਕਰਕੇ ਤਿਆਰ ਕੀਤੀ ਗਈ ਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਸੀਰੀਜ਼ ਹੈ, ਇਹਦੀ ਟੈਗਲਾਈਨ ਕੀ ਆ, ਪੰਜਾਬ ਦੇ ਸਾਰੇ ਐਗਜ਼ਾਮ ਦੇ ਲਈ ਪੰਜਾਬੀ ਭਾਸ਼ਾ ਵਿੱਚ। ਠੀਕ ਆ, ਇੱਥੇ ਜੋ ਆਪਣੇ ਕੋਲੇ ਡਾਟਾ ਆ ਉਹ ਤੁਹਾਨੂੰ ਇੰਗਲਿਸ਼ ਵਿੱਚ ਹੀ ਮਿਲੂਗਾ, ਲੇਕਿਨ ਉਹਨੂੰ ਮੈਂ ਐਕਸਪਲੇਨ ਕਰੂੰਗਾ ਪੰਜਾਬੀ ਦੇ ਵਿੱਚ। ਇਟ ਮੀਨਸ ਜਿਹੜੀ ਇਹ ਵੀਡੀਓ ਆਪਣੀ ਬਾਇਲਿੰਗੁਅਲ ਵੀਡੀਓ ਹੈ। ਚਲੋ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਵੀਡੀਓ। ਇਹ ਤੋਂ ਪਹਿਲਾਂ ਵੀ ਜੋ ਵਨ ਲਾਈਨਰ ਵਾਲੀ ਵੀਡੀਓ ਆ ਚੁੱਕੀ ਹੈ, ਜੋ ਨਹੀਂ ਦੇਖੀ ਤਾਂ ਉਹ ਵੀ ਜ਼ਰੂਰ ਦੇਖ ਲਿਓ, ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਸ਼ੇਅਰ ਕਰ ਦੂੰਗਾ, ਤੇ ਇਹ ਵੀਡੀਓ ਵੀ ਜ਼ਰੂਰ ਦੇਖ ਲਿਓ ਜੀ। ਚਲੋ ਬਾਕੀ ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਆ ਤਾਂ ਤੁਹਾਨੂੰ ਪਤਾ ਹੀ ਹੈ ਜੀ, ਤੁਸੀਂ ਟੈਲੀਗ੍ਰਾਮ ਦੇ ਚੈਨਲ ਨੂੰ ਜੁਆਇਨ ਕਰਨਾ ਹੈ ਜਿਹਦਾ ਨਾਮ ਹੈਗਾ ਫਤਿਹ ਸਰ। ਉਸ ਚੈਨਲ ਦਾ ਜੋ ਲਿੰਕ ਹੈ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦੂੰਗਾ। ਚੈਨਲ ਨੂੰ ਜੁਆਇਨ ਕਰੋ ਅਤੇ ਉੱਥੇ ਤੁਹਾਨੂੰ ਇਸ ਲੈਕਚਰ ਦੀ ਅਤੇ ਇਸ ਤੋਂ ਬਿਨਾਂ ਜਿੰਨੀਆਂ ਵੀ ਹੋਰ ਵੀਡੀਓਜ਼ ਆ ਚੁੱਕੀਆਂ ਨੇ ਉਹਨਾਂ ਸਾਰਿਆਂ ਦੀ PDF ਤੁਹਾਨੂੰ ਮਿਲ ਜੂਗੀ। ਚਲੋ ਸ਼ੁਰੂ ਕਰਦੇ ਹਾਂ ਜੀ। ਫਿਰ ਆਪਣੀ ਫਰਸਟ ਨਿਊਜ਼ ਹੈ, ਕਹਿੰਦੇ ਇੰਡੀਅਨ ਬੈਂਕ ਆ ਜਿਹੜੀ ਉਹਨੇ ਇੱਕ ਡਿਜੀਟਲ ਬ੍ਰੋਕਿੰਗ ਸੋਲਿਊਸ਼ਨ ਸਟਾਰਟ ਕੀਤਾ ਆ, ਅਨਵੇਲ ਕੀਤਾ ਆ, ਜਿਹਦਾ ਨਾਮ ਹੈਗਾ ਬ੍ਰੋਕਿੰਗ। ਤਾਂ ਮਤਲਬ ਇੱਕ ਐਪ ਆ ਬ੍ਰੋਕਿੰਗ ਜਿਹਦਾ ਨਾਮ ਆ, ਉਹਨੂੰ ਇਨੀਸ਼ੀਏਟ ਕੀਤਾ, ਸਟਾਰਟ ਕੀਤਾ ਬਾਏ ਇੰਡੀਅਨ ਬੈਂਕ। ਇਹ ਕਰਦੀ ਕੀ ਹੈ ਜੀ, ਬ੍ਰੋਕਿੰਗ। ਇਹ ਇੱਕ ਡਿਜੀਟਲ ਬ੍ਰੋਕਿੰਗ ਸੋਲਿਊਸ਼ਨ ਆ। ਠੀਕ ਆ, ਡਿਜੀਟਲ ਬ੍ਰੋਕਿੰਗ ਸੋਲਿਊਸ਼ਨ, ਬ੍ਰੋਕਿੰਗ ਬ੍ਰੋਕਿੰਗ ਹੈ ਜੀ ਇਹ। ਮਤਲਬ ਇਹਦਾ ਕੀ ਹੈ ਕਿ ਜਿਹੜੇ ਕਸਟਮਰ ਜੋ ਖਾਸ ਕਰਕੇ ਡੀਮੈਟ ਅਕਾਊਂਟ ਓਪਨ ਕਰਦੇ ਆ ਜਾਂ ਟ੍ਰੇਡਿੰਗ ਅਕਾਊਂਟ ਬਣਾਉਂਦੇ ਆ, ਉਹਨਾਂ ਨੂੰ ਜੋ ਪ੍ਰੋਬਲਮਸ ਆਉਣਗੀਆਂ ਉਹਨਾਂ ਦਾ ਸੋਲਿਊਸ਼ਨ ਬ੍ਰੋਕਿੰਗ ਦੇ ਰਾਹੀਂ ਹੋਊਗਾ। ਕਲੀਅਰ। ਸਟ੍ਰੈਟਜੀ ਕੀ ਆ, ਟੂਵਰਡਸ ਦਾ ਕੰਪਲੀਟ ਡਿਜੀਟਲਾਈਜੇਸ਼ਨ। ਜੋ ਆਪਣੀ ਪਤਾ ਆਪਾਂ ਨੂੰ ਕਿ ਜੋ ਸੈਂਟਰ ਗੌਰਮੈਂਟ ਆ ਉਹਦਾ ਇੱਕ ਏਮ ਆ ਕਿ ਅਸੀਂ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਡਿਜੀਟਲਾਈਜੇਸ਼ਨ ਲੈ ਕੇ ਆਉਣਾ ਆ, ਤੇ ਉਸੇ ਏਮ ਨੂੰ ਫੁੱਲਫਿਲ ਕਰਨ ਦੇ ਲਈ ਇੰਡੀਅਨ ਬੈਂਕ ਨੇ ਇਹ ਇਨੀਸ਼ੀਏਟਿਵ ਲਿਆ ਆ। ਠੀਕ ਹੈ ਜੀ। ਚਲੋ ਨੈਕਸਟ ਨਿਊਜ਼ ਆਪਣੇ ਕੋਲੇ ਰਿਲਾਇੰਸ ਇੰਡਸਟਰੀ ਦੇ ਰਿਲੇਟਡ ਆ। ਕੀ ਆ ਜੀ, ਰਿਲਾਇੰਸ ਇੰਡਸਟਰੀ ਜਿਹੜੀ ਆ ਉਹ ਇੰਡੀਆ ਦੀ ਫਰਸਟ ਇੱਦਾਂ ਦੀ ਕੰਪਨੀ ਬਣੀ ਆ ਜਿਹਦਾ ਕਿ ਰਿਕਾਰਡ ਐਨੂਅਲ ਰੈਵਨਿਊ ਹੋਇਆ ਆ। ਮਤਲਬ ਇੱਕ ਸਾਲ ਦੇ ਵਿੱਚ ਜਿਹੜੀ ਇਹਨੇ ਕਮਾਈ ਕੀਤੀ ਆ ਉਹ $100 ਬਿਲੀਅਨ ਦੇ ਨੀਅਰ ਅਬਾਊਟ ਕੀਤੀ ਆ, ਇੰਨੀ ਕੀਤੀ ਇਹਨੇ ਕਮਾਈ। ਤਾਂ ਲਗਭਗ ਇੱਕ ਸਾਲ ਦੀ ਕਮਾਈ $100 ਬਿਲੀਅਨ ਰਿਲਾਇੰਸ ਇੰਡਸਟਰੀ ਦੀ ਆ। ਤੇ ਜਿਹੜੀ ਕੰਪਨੀ ਨੇ ਰਿਕਾਰਡ ਜਿਹੜਾ ਇਹਦੇ ਵਿੱਚ ਇਨਕਰੀਜ਼ ਹੋਇਆ ਉਹ 22% ਹੋਇਆ ਆ, ਜਿਹੜਾ ਮਾਰਚ ਦਾ ਕੁਆਟਰ ਆ। ਬਹੁਤ ਜ਼ਿਆਦਾ ਯਾਨੀ ਗਰੋਥ ਹੋਈ ਆ, 22% ਗਰੋਥ, ਬਹੁਤ ਜ਼ਿਆਦਾ ਗਰੋਥ ਆ ਇਹ ਰਿਲਾਇੰਸ ਕੰਪਨੀ ਦੀ। ਚਲੋ ਨੈਕਸਟ ਨਿਊਜ਼ ਦੇਖਦੇ ਆਪਾਂ। ਤੁਸੀਂ ਇਹ ਚੀਜ਼ਾਂ ਯਾਦ ਰੱਖਣੀਆਂ ਕਿ ਕਿਹਦੀ ਕਿੰਨੀ ਗਰੋਥ ਹੋਈ ਆ। ਹੋ ਸਕਦਾ ਐਗਜ਼ਾਮਨਰ ਪੁੱਛ ਲਵੇ ਕਿ ਅਮਾਊਂਟ ਹੀ ਤੁਹਾਨੂੰ ਪੁੱਛ ਲਵੇ ਕਿ ਕਿੰਨੀ ਅਮਾਊਂਟ ਦੀ ਗਰੋਥ ਹੋਈ ਆ, ਤਾਂ ਤੁਸੀਂ ਇਹ ਯਾਦ ਰੱਖਣਾ $100 ਬਿਲੀਅਨ। ਚਲੋ ਨੈਕਸਟ ਨਿਊਜ਼ ਆਪਣੇ ਕੋਲੇ ICICI ਬੈਂਕ ਅਤੇ ਇੱਕ ਹੋਰ ਬੈਂਕ ਆ ਬ੍ਰਿਟੇਨ ਦੀ ਜਿਹਦਾ ਨਾਮ ਹੈਗਾ ਸੈਂਟੈਂਡਰ ਬੈਂਕ। ਸੈਂਟੈਂਡਰ ਬੈਂਕ ਅਤੇ ICICI ਬੈਂਕ ਇਹਨਾਂ ਦੋਨਾਂ ਨੇ ਮਿਲ ਕੇ ਇੱਕ MOU ਸਾਈਨ ਕੀਤਾ ਆ। MOU ਦੀ ਫੁੱਲ ਫਾਰਮ ਕੀ ਹੁੰਦੀ ਆ, ਮੈਮੋਰੈਂਡਮ ਆਫ ਅੰਡਰਸਟੈਂਡਿੰਗ। ਮਤਲਬ ਇਹਨਾਂ ਦੋਨਾਂ ਨੇ ਇੱਕ ਡੀਡ ਸਾਈਨ ਕੀਤੀ ਆ। ਉਸ ਡੀਡ ਦਾ ਏਮ ਕੀ ਆ, ਉਹ ਏਮ ਇਹ ਆ ਕਿ ਇਹ ਫੈਸਿਲੀਟੇਟ ਕਰਨਗੇ, ਹੈਲਪ ਕਰਨਗੇ ਕਿ ਇਹਨਾਂ ਦੀ ਜੀ ਜੋ ਕਾਰਪੋਰੇਟਸ ਨੇ, ਠੀਕ ਆ, ਜੋ ਇੱਦਾਂ ਦੇ ਬਿਜ਼ਨਸਮੈਨ ਜੋ ਇੰਡੀਆ ਅਤੇ ਬ੍ਰਿਟੇਨ ਦੋਨਾਂ ਵਿੱਚ ਟਰੇਡ ਕਰਦੇ ਆ, ਉਹਨਾਂ ਨੂੰ ਬੈਂਕਿੰਗ ਸਰਵਿਸਿਜ਼ ਦੀ ਰਿਕੁਆਇਰਮੈਂਟ ਹੁੰਦੀ ਹੈ, ਅਤੇ ਉਸ ਸਰਵਿਸਿਜ਼ ਨੂੰ ਫੁੱਲਫਿਲ ਕਰਨ ਦੇ ਲਈ ਇਹ ਦੋਨਾਂ ਬੈਂਕਾਂ ਨੇ MOU ਸਾਈਨ ਕੀਤਾ ਆ। ਠੀਕ ਆ, ਤਾਂ ਕਿ ਉਹ ਫਾਈਨੈਂਸ਼ੀਅਲ ਹੈਲਪ ਦੇ ਸਕਣ। ਬਸ ਇਹੀ ਪਰਪਜ਼ ਆ। ਯਾਦ ਰੱਖਿਓ, ਪੁੱਛ ਸਕਦੇ ਆ ਕਿ ਬ੍ਰਿਟੇਨ ਦੀ ਕਿਹੜੀ ਬੈਂਕ ਆ ਉਹਦਾ ਨਾਮ ਪੁੱਛ ਸਕਦੇ ਆ, ਜਾਂ ਇੰਡੀਆ ਦੀ ਕਿਹੜੀ ਬੈਂਕ ਨੇ ਹੁਣੇ ਬ੍ਰਿਟੇਨ ਦੇ ਨਾਲ ਇੱਕ MOU ਸਾਈਨ ਕੀਤਾ ਆ, ਉਹ ਤੁਸੀਂ ਯਾਦ ਰੱਖਣਾ ICICI ਬੈਂਕ। ਇੱਦਾਂ ਦੇ ਕੁਐਸਚਨ ਬਣਨਗੇ ਤੁਹਾਨੂੰ। ਠੀਕ ਆ, ਚਲੋ ਅੱਗੇ ਚੱਲਦੇ ਆਪਾਂ। ਹੁਣ ਕੁਝ ਇੰਪੋਰਟੈਂਟ ਡੇਜ਼ ਦੇ ਨਾਲ ਰਿਲੇਟਡ ਆਪਣੇ ਕੋਲ ਨਿਊਜ਼ ਆ। ਇੱਕ ਹੈਗਾ ਆਪਣੇ ਕੋਲ ਵਰਲਡ ਰੈੱਡ ਕਰਾਸ ਡੇ, ਬਹੁਤ ਇੰਪੋਰਟੈਂਟ ਡੇ ਆ। ਇਹਨੂੰ ਅਸੀਂ 8th ਮਈ ਨੂੰ ਸੈਲੀਬ੍ਰੇਟ ਕਰਦੇ ਹਾਂ। ਯਾਦ ਰੱਖਿਓ 8th ਮਈ ਵਰਲਡ ਰੈੱਡ ਕਰਾਸ ਡੇ। ਜਿਹੜਾ ਵਰਲਡ ਰੈੱਡ ਕਰਾਸ ਡੇ ਆ, ਇਹ ਆਪਾਂ ਇੱਕ ਆਪਣੇ ਕੋਲ ਪਰਸਨੈਲਿਟੀ ਹੋਈ ਆ ਜੀ, ਹੈਨਰੀ ਡੋਨਟ।
ਇਹਨਾਂ ਦੀ ਬਰਥ ਐਨਵਰਸਰੀ 'ਤੇ ਆਪਾਂ ਇਹ ਡੇ ਨੂੰ ਸੈਲੀਬ੍ਰੇਟ ਕਰਦੇ ਹਾਂ, ਕਿਉਂਕਿ ਜਿਹੜੇ ਹੈਨਰੀ ਡੋਨਟ ਨੇ ਉਹੀ ਫਾਊਂਡਰ ਨੇ ਆਪਣੇ ਕੋਲੇ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਦੇ। ਜੋ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ ਆ, ਉਹਨਾਂ ਨੇ ਇਸ ਬੋਡੀ ਦੀ ਜਿਹੜੇ ਹੈਨਰੀ ਆ ਇਹਨਾਂ ਨੇ ਇਹ ਫਾਊਂਡੇਸ਼ਨ ਕੀਤੀ ਸੀਗੀ, ਤਾਂ ਇਸੇ ਕਰਕੇ ਇਹਨਾਂ ਦੇ ਜਨਮ ਦਿਨ 'ਤੇ ਹੀ ਆਪਾਂ ਜਿਹੜਾ ਵਰਲਡ ਰੈੱਡ ਕਰਾਸ ਡੇ ਉਹਨੂੰ ਸੈਲੀਬ੍ਰੇਟ ਕਰਦੇ ਹਾਂ। ਇਹਨਾਂ ਨੂੰ ਇੱਕ ਜਿਹੜਾ ਆਪਣੇ ਕੋਲੇ ਨੋਬਲ ਪੀਸ ਪ੍ਰਾਈਜ਼ ਆ ਉਹ ਵੀ ਮਿਲਿਆ ਸੀਗਾ, ਫਰਸਟ ਨੋਬਲ ਪੀਸ ਪ੍ਰਾਈਜ਼ 1901 ਦੇ ਵਿੱਚ। ਅਤੇ ਜੋ ਇਸ ਸਾਲ ਦਾ ਥੀਮ ਆਪਣੇ ਕੋਲੇ 2022 ਦਾ ਉਹ ਹੈਗਾ ਆਪਣੇ ਕੋਲੇ ਬੀ ਹਿਊਮਨ ਕਾਈਂਡ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਇੰਟਰਨੈਸ਼ਨਲ ਡੇ ਹੁੰਦੇ ਆ, ਜੋ ਇੰਪੋਰਟੈਂਟ ਡੇ ਹੁੰਦੇ ਆ, ਉਹਨਾਂ ਦੀ ਡੇਟ ਵੀ ਇੰਪੋਰਟੈਂਟ ਆ, ਪਲੱਸ ਉਹਨਾਂ ਦਾ ਆਪਣੇ ਕੋਲੇ ਜੀ ਥੀਮ ਵੀ ਬਹੁਤ ਇੰਪੋਰਟੈਂਟ ਆ। ਤੁਸੀਂ ਨਾਇਬ ਤਹਿਸੀਲਦਾਰ ਦੇ ਐਗਜ਼ਾਮ 'ਚ ਦੇਖ ਲਿਆ, ਥੀਮ ਆ ਚੁੱਕਾ ਆ। ਅਤੇ PPSC ਦਾ ਜਾਂ ਹੋਰ ਜਿੰਨੇ ਵੀ ਪੰਜਾਬ ਦੇ ਐਗਜ਼ਾਮ ਲੈਣ ਵਾਲੀਆਂ ਬੋਡੀਜ਼ ਨੇ ਉਹਨਾਂ ਦਾ ਇੱਕ ਫੇਵਰੇਟ ਟੌਪਿਕ ਆ, ਜਾਂ ਉਹ ਡੇਟ ਪੁੱਛਣਗੇ ਜਾਂ ਉਹਦਾ ਥੀਮ ਪੁੱਛਣਗੇ। ਠੀਕ ਹੈ ਜੀ। ਚਲੋ ਨੈਕਸਟ ਆਪਣੇ ਕੋਲ ਹੈਗਾ ਜੀ ਨਿਊ ਅਪਾਇੰਟਮੈਂਟ ਟੌਪਿਕ। ਹੁਣ ਆਪਾਂ ਦੇਖਦੇ ਹਾਂ ਕਿ ਕਿਹੜੀਆਂ ਕਿਹੜੀਆਂ ਨਵੀਆਂ ਅਪਾਇੰਟਮੈਂਟਸ ਹੋਈਆਂ ਨੇ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਜੀ ਹਾਂਗਕਾਂਗ ਕੰਟਰੀ। ਹਾਂਗਕਾਂਗ ਕੰਟਰੀ ਦੇ ਇੱਕ ਨਵੇਂ ਚੀਫ ਐਗਜ਼ੀਕਿਊਟਿਵ ਦੀ ਅਪਾਇੰਟਮੈਂਟ ਹੋਈ ਆ। ਚੀਫ ਐਗਜ਼ੀਕਿਊਟਿਵ ਮੀਨਸ ਜਿਵੇਂ ਇੰਡੀਆ ਵਿੱਚ ਆਪਾਂ ਕਹਦੇ PM ਹੁੰਦੇ ਆ, ਇਸੇ ਤਰ੍ਹਾਂ ਹਾਂਗਕਾਂਗ ਦੇ ਹੁੰਦੇ ਆ ਚੀਫ ਐਗਜ਼ੀਕਿਊਟਿਵ। ਇਹਨਾਂ ਦੀ ਅਪਾਇੰਟਮੈਂਟ ਹੋਈ ਆ, ਹੁਣੇ ਹੁਣੇ ਨਵੇਂ ਚੁਣੇ ਗਏ, ਜਿਨ੍ਹਾਂ ਦਾ ਨਾਮ ਹੈਗਾ ਜੀ ਜੌਨ ਲੀ ਕਾਚੂ। ਠੀਕ ਆ, ਇਹਨਾਂ ਦਾ ਨਾਮ ਹੈ, ਯਾਦ ਰੱਖਿਓ, ਚਾਹੇ ਜੌਨ ਲੀ ਹੀ ਯਾਦ ਰੱਖ ਲਿਓ, ਬਟ ਯਾਦ ਅਸੀਂ ਜ਼ਰੂਰ ਰੱਖਣਾ। ਚਲੋ ਨੈਕਸਟ ਆਪਣੇ ਕੋਲ ਹੈਗੀ ਨਿਊਜ਼, ਸੈਕਿੰਡ ਨੰਬਰ ਨਿਊਜ਼ ਇਸੇ ਰਿਲੇਟਡ ਆ। ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਸਾਊਥ ਕੋਰੀਆ ਕੰਟਰੀ ਆ ਉਹਦੇ ਜਿਹੜੇ ਨਵੇਂ ਪ੍ਰੈਜ਼ੀਡੈਂਟ ਆ ਉਹ ਬਣੇ ਆ, ਉਹ ਕੌਣ ਆ ਜੀ? ਯੂਨ ਸੁਕ ਯੋਲ। ਇਹ ਬਣਿਆ ਸਾਊਥ ਕੋਰੀਆ ਦੇ ਨਵੇਂ ਪ੍ਰੈਜ਼ੀਡੈਂਟ। ਇਹਨਾਂ ਦਾ ਨਾਮ ਵੀ ਯਾਦ ਰੱਖਣਾ, ਬਹੁਤ ਇੰਪੋਰਟੈਂਟ ਆ। ਹੁਣ ਇੱਕ ਹੋਰ ਆਪਣੇ ਕੋਲੇ ਪਰਸਨੈਲਿਟੀ ਆ, ਇਹ ਸਭ ਤੋਂ ਇੰਪੋਰਟੈਂਟ ਆ, ਇਹਨੂੰ ਡਬਲ ਸਟਾਰ ਮਾਰਕ ਕਰ ਲਿਓ, ਕਿਉਂਕਿ ਇਹ ਨਿਊਜ਼ ਆਪਣੇ ਸ਼੍ਰੀਲੰਕਾ ਨਾਲ ਰਿਲੇਟਡ ਆ ਜੀ। ਸ਼੍ਰੀਲੰਕਾ ਬਹੁਤ ਨਿਊਜ਼ 'ਚ ਰਿਹਾ, ਉੱਥੇ ਇੱਕ ਬਹੁਤ ਵੱਡਾ ਕ੍ਰਾਈਸਿਸ ਸੀਗਾ, ਜਿਹਨੂੰ ਆਪਾਂ ਫਾਈਨੈਂਸ਼ੀਅਲ ਕ੍ਰਾਈਸਿਸ ਕਹਿ ਦਿੰਦੇ ਹਾਂ, ਅਤੇ ਉੱਥੇ ਫਾਈਨੈਂਸ਼ੀਅਲ ਐਮਰਜੈਂਸੀ ਤੱਕ ਲੱਗੀ ਹੋਈ ਸੀਗੀ। ਕੀ ਹੋਇਆ? ਉਸ ਚੀਜ਼ ਨੂੰ, ਜੋ ਇੰਨੀ ਉੱਥੇ ਅਨਰੈਸਟ ਫੈਲੀ ਹੋਈ ਸੀਗੀ ਕੰਟਰੀ ਦੇ ਵਿੱਚ, ਉਹਨੂੰ ਸਟੇਬਲ ਕਰਨ ਦੇ ਲਈ ਜੋ ਨਵੇਂ ਪ੍ਰਾਈਮ ਮਿਨਿਸਟਰ ਆ ਉਹ ਬਣਾਏ ਗਏ ਆ, ਨਿਊ ਪ੍ਰਾਈਮ ਮਿਨਿਸਟਰ, ਜਿਨ੍ਹਾਂ ਦਾ ਨਾਮ ਹੈਗਾ ਰਣਿਲ ਵਿਕਰਮਾ ਸਿੰਘ। ਇਹਨੂੰ ਯਾਦ ਰੱਖਣਾ ਜੀ, ਰਣਿਲ ਵਿਕਰਮਾ ਸਿੰਘ ਨਵੇਂ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰ ਬਣੇ ਆ। ਇਹਨਾਂ ਨੇ ਕਦੋਂ ਬਣਿਆ? ਇਦੋਂ ਪਹਿਲਾਂ ਰਿਜ਼ਾਈਨ ਕੀਤਾ ਗਿਆ ਮਹਿੰਦਰ ਰਾਜਾਪਕਸ਼ੇ ਦੇ ਦੁਆਰਾ। ਪਹਿਲਾਂ PM ਕੌਣ ਸੀਗੇ ਆਪਣੇ? ਮਹਿੰਦਰ ਰਾਜਾਪਕਸ਼ੇ। ਉਹਨਾਂ ਦੀ ਜਗ੍ਹਾ ਹੁਣ ਆ ਗਿਆ ਰਣਿਲ ਵਿਕਰਮਾ ਸਿੰਘ। ਅਤੇ ਜਿਹੜੇ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਜੋ ਪ੍ਰੈਜ਼ੀਡੈਂਟ ਨੇ ਇਸ ਟਾਈਮ 'ਤੇ ਸ਼੍ਰੀਲੰਕਾ ਦੇ, ਉਹਨੇ ਜੀ ਗੋਟਾਬਾਏ ਰਾਜਾਪਕਸ਼ੇ। ਉਹ ਹੁਣ ਆਪਣੇ ਕੋਲ ਹੈਗਾ ਜੀ ਪ੍ਰੈਜ਼ੀਡੈਂਟ। ਨਾਮ ਯਾਦ ਰੱਖਿਓ, ਪ੍ਰੈਜ਼ੀਡੈਂਟ ਦਾ ਵੀ ਅਤੇ PM ਦਾ ਵੀ ਇੰਪੋਰਟੈਂਟ ਆ। ਚਲੋ ਨੈਕਸਟ ਜਿਹੜੀ ਨਵੀਂ ਅਪਾਇੰਟਮੈਂਟ ਹੋਈ ਆ ਉਹ ਹੋਈ ਆ ਰਾਜੀਵ ਕੁਮਾਰ ਦੀ। ਰਾਜੀਵ ਕੁਮਾਰ ਕੀ ਅਪਾਇੰਟ ਹੋਏ ਨੇ? ਬਹੁਤ ਇੰਪੋਰਟੈਂਟ ਆ ਜੀ। ਇਹ ਨਵੇਂ ਅਪਾਇੰਟ ਹੋਇਆ ਸਾਡੇ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ। ਜੋ ਸਾਡੀ ਇੰਡੀਆ ਦੀ ਇੱਕ ਬੋਡੀ ਆ ਜੋ ਇਲੈਕਸ਼ਨ ਕੰਡਕਟ ਕਰਵਾਉਂਦੀ ਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਠੀਕ ਹੈ, ਉਹਦੇ ਜੋ ਨਵੇਂ ਹੈੱਡ ਆ, ਨਵੇਂ ਚੀਫ ਇਲੈਕਸ਼ਨ ਕਮਿਸ਼ਨਰ ਆ, ਉਹ ਹੈਗਾ ਆਪਣੇ ਕੋਲ ਰਾਜੀਵ ਕੁਮਾਰ। ਇਹਨਾਂ ਨੇ 15 ਮਈ ਤੋਂ ਆਪਣੀ ਪੋਜੀਸ਼ਨ ਸਾਂਭ ਲਈ ਆ। ਇਹਨਾਂ ਤੋਂ ਪਹਿਲਾਂ ਜਿਹੜੇ ਚੀਫ ਇਲੈਕਸ਼ਨ ਕਮਿਸ਼ਨਰ ਸੀਗੇ ਉਹਨਾਂ ਦਾ ਨਾਮ ਸੀਗਾ ਸੁਸ਼ੀਲ ਚੰਦਰਾ ਜੀ, ਉਹ ਪਹਿਲਾਂ ਸੀਗੇ। ਉਹਨਾਂ ਦੀ ਜਗ੍ਹਾ ਆ ਗਿਆ ਰਾਜੀਵ ਕੁਮਾਰ। ਜਿਹੜਾ ਰਾਜੀਵ ਕੁਮਾਰ ਆ ਉਹ ਪਹਿਲਾਂ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਹੁੰਦੇ ਸੀਗੇ। ਠੀਕ ਹੈ ਜੀ, ਇਹ ਹੁਣ ਬਣਿਆ ਚੀਫ ਇਲੈਕਸ਼ਨ। ਉਹ ਸੀਗੇ ਇਲੈਕਸ਼ਨ ਕਮਿਸ਼ਨਰ ਪਹਿਲਾਂ ਸੀਗੇ, ਹੁਣ ਉਹ ਚੀਫ ਬਣ ਗਿਆ। ਹੁਣ ਇੱਥੇ ਕੁਐਸਚਨ ਆਉਂਦਾ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆ ਇੱਕ ਮਲਟੀ ਮੈਂਬਰ ਬੋਡੀ ਆ। ਕੀ ਹੈ ਜੀ? ਇਹ ਮਲਟੀ ਮੈਂਬਰ ਬੋਡੀ। ਇਹ ਜਿਹੜੀ ਮੈਂ ਐਕਸਟਰਾ ਇਨਫੋਰਮੇਸ਼ਨ ਦਿੰਦਾ ਹਾਂ ਇਹਦੇ ਨੋਟਸ ਬਣਾਉਂਦੇ ਰਿਹਾ ਕਰੋ। ਠੀਕ ਹੈ, ਮਲਟੀ ਮੈਂਬਰ ਬੋਡੀ ਆ। ਅਤੇ ਮੈਨੂੰ ਇਹ ਦੱਸੋ ਕਿ ਜਿਹੜੀ ਇਹ ਮਲਟੀ ਮੈਂਬਰ ਬੋਡੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਇਹ ਕਿਹੜੀ ਬੋਡੀ ਆ? ਕਿਹੜੀ ਮਤਲਬ ਇਹ ਆਪਣੇ ਕੋਲ ਇੱਕ ਕੌਂਸਟੀਟਿਊਸ਼ਨਲ ਬੋਡੀ ਆ, ਜਾਂ ਇਹ ਐਗਜ਼ੀਕਿਊਟਿਵ ਬੋਡੀ ਆ, ਅਤੇ ਜਾਂ ਇਹ ਸਟੈਚੂਟਰੀ ਬੋਡੀ ਆ। ਇਹਨਾਂ ਤਿੰਨਾਂ ਵਿੱਚੋਂ ਕਿਹੜੀ ਬੋਡੀ ਆ? ਤੁਸੀਂ ਇਹ ਦੱਸਣਾ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਕੇ। ਜੇ ਤੁਹਾਨੂੰ ਨਹੀਂ ਪਤਾ ਤਾਂ ਇੱਕ ਜਿਹੜੀ ਕਰੰਟ ਅਫੇਅਰ ਦੀ ਵੀਡੀਓ ਆ ਉਹਦੇ ਵਿੱਚ ਮੈਂ ਐਕਸਪਲੇਨ ਕੀਤਾ ਹੋਇਆ ਤਿੰਨਾਂ ਦੇ ਬਾਰੇ, ਕੀ ਇਹਨਾਂ ਦਾ ਮੀਨਿੰਗ ਹੁੰਦਾ ਆ, ਅਤੇ ਤੁਸੀਂ ਉਹ ਇੱਕ ਵਾਰ ਵੀਡੀਓ ਜ਼ਰੂਰ ਦੇਖ ਲਿਓ, ਤੁਹਾਨੂੰ ਆਈਡੀਆ ਹੋ ਜਾਊਗਾ। ਅਤੇ ਇਦੋਂ ਪਹਿਲਾਂ ਇਹ ਚੇਅਰਮੈਨ ਵੀ ਰਹੇ ਆ ਪਬਲਿਕ ਐਂਟਰਪ੍ਰਾਈਜ਼ਸ ਜਿਹੜੇ ਸਿਲੈਕਸ਼ਨ ਬੋਰਡ ਆ ਉਹਦੇ ਵੀ ਇਹ ਚੇਅਰਮੈਨ ਰਹੇ ਆਪਣੇ ਕੋਲੇ ਰਾਜੀਵ ਕੁਮਾਰ ਜੀ। ਕਾਫੀ ਇੰਪੋਰਟੈਂਟ ਪਰਸਨੈਲਿਟੀ ਆ। ਉਦੋਂ ਬਾਅਦ ਆਪਣੇ ਕੋਲ ਹੈਗਾ ਜੀ ਸਮ ਇੰਪੋਰਟੈਂਟ ਨਿਊਜ਼ ਇੰਡੀਆ ਦੇ ਬਾਰੇ। ਇੰਡੀਆ ਦੇ ਵਿੱਚ ਕੁਛ ਇੰਪੋਰਟੈਂਟ ਨਿਊਜ਼ ਨੇ, ਕਿਵੇਂ ਕੀ ਆ ਜੀ? ਇੱਕ ਰੇਲਟੈਲ ਇੱਕ ਆਪਣੇ ਕੋਲੇ ਕੰਪਨੀ ਆ ਜਿਹੜੀ ਕਿ ਮਿਨੀ ਰਤਨਾ PSU ਆ। ਠੀਕ ਆ, PSU ਮਤਲਬ ਪਬਲਿਕ ਸੈਕਟਰ ਅੰਡਰਟੇਕਿੰਗ, ਆਪਾਂ ਕਹਿ ਦਈਏ ਸਰਕਾਰੀ ਕੰਪਨੀ। ਨਾਮ ਕੀ ਆ ਜੀ? ਰੇਲਟੈਲ। ਕੀ ਕੀਤਾ ਇਹਨੇ? ਹੁਣੇ ਇਹਨਾਂ ਨੇ ਲਾਂਚ ਕੀਤਾ ਆ PM ਵਾਣੀ ਸਕੀਮ। ਠੀਕ ਹੈ ਜੀ, ਜੋ PM ਵਾਣੀ ਸਕੀਮ ਆ ਉਹਦੀ ਫੁੱਲ ਫਾਰਮ ਕੀ ਆਪਣੇ ਕੋਲੇ? ਪ੍ਰਾਈਮ ਮਿਨਿਸਟਰ ਵਾਈਫਾਈ ਐਕਸੈਸ ਨੈਟਵਰਕ ਇੰਟਰਫੇਸ। ਮਤਲਬ PM ਵਾਣੀ ਸਕੀਮ ਪਹਿਲਾਂ ਮੈਂ ਦੱਸ ਦੇਵਾਂ ਜੀ, ਇਸ ਸਕੀਮ ਦੇ ਅੰਡਰ ਜਿਹੜੇ ਪਬਲਿਕ ਪਲੇਸ ਆ ਆਪਣੀ ਕੰਟਰੀ ਦੇ, ਉੱਥੇ ਓਪਨ ਵਾਈਫਾਈ ਚਲਾਇਆ ਜਾਂਦਾ ਸੈਂਟਰ ਗੌਰਮੈਂਟ ਦੇ ਦੁਆਰਾ। ਉਹਦੀ ਸਕੀਮ ਆ ਕਿ ਸੈਂਟਰ ਗੌਰਮੈਂਟ ਨੇ ਜਿੰਨੇ ਵੀ ਓਪਨ ਆਪਣੇ ਕੋਲੇ ਪਬਲਿਕ ਸਪੇਸ ਆ, ਜਿਵੇਂ ਕਿ ਰੇਲਵੇ ਸਟੇਸ਼ਨ ਹੋ ਗਿਆ, ਬੱਸ ਸਟੈਂਡ ਹੋ ਗਿਆ, ਇਹਨਾਂ ਜਗ੍ਹਾ 'ਤੇ ਵਾਈਫਾਈ ਦੀ ਐਕਸੈਸਿਬਿਲਿਟੀ ਪਹੁੰਚਾਉਣੀ ਆ। ਇਸੇ ਸਕੀਮ ਦੇ ਅੰਡਰ ਰੇਲਟੈਲ ਨੇ ਲਗਭਗ 100 ਰੇਲਵੇ ਸਟੇਸ਼ਨਾਂ 'ਤੇ ਜਿਹੜੀ ਆਪਣੀ ਇਸ ਸਕੀਮ ਨੂੰ ਇੰਪਲੀਮੈਂਟ ਕਰਦੇ ਹੋਏ ਪਬਲਿਕ ਵਾਈਫਾਈ ਦੀ ਸਰਵਿਸ ਪ੍ਰੋਵਾਈਡ ਕੀਤੀ ਆ।
ठीक है, याद रखियो काफ़ी इंपॉर्टेंट आ, मैं इनू एक्सप्लेन कर दिता चंगी तरह। चलो अपने को सैकेंड नंबर न्यूज़ आ, जो मिनिस्ट्री ऑफ टूरिज्म आ ਉਹਨੇ ਹੁਣੇ ਪਾਰਟਿਸਿਪੇਟ ਕੀਤਾ ਇੱਕ ਈਵੈਂਟ ਦੇ ਵਿੱਚ। ਈਵੈਂਟ ਦਾ ਨਾਮ ਹੈਗਾ ਆਪਣੇ ਕੋਲ ATM, ਜਿਹਦੀ ਫੁੱਲ ਫਾਰਮ ਆਪਣੇ ਕੋਲ ਅਰੇਬੀਅਨ ਟਰੈਵਲ ਮਾਰਕੀਟ, ਠੀਕ ਹੈ ਜੀ। ਜਿਹੜਾ ਇਹ ਈਵੈਂਟ ਆ ਇਹ ਕੰਡਕਟ ਹੋਇਆ ਦੁਬਈ ਦੇ ਵਿੱਚ, ਤੇ ਜਿਹਦੀ ਕਿ ਇੱਕ ਟੈਗਲਾਈਨ ਕੀ ਆ ਆਪਣੇ ਇਸ ਈਵੈਂਟ ਦੀ, ਇਨਕ੍ਰੈਡੀਬਲ ਇੰਡੀਆ। ਤਾਂ ਇੱਥੋਂ ਕੁਐਸਚਨ ਕਿੱਥੋਂ ਕਿੱਥੋਂ ਬਣ ਸਕਦਾ, ਤੁਹਾਨੂੰ ਪੁੱਛ ਸਕਦੇ ਆ ਕਿ ਜੋ ਅਰੇਬੀਅਨ ਟਰੈਵਲ ਮਾਰਕੀਟ ਆ ਜੋ ਦੁਬਈ ਦੇ ਵਿੱਚ ਆਪਣੇ ਕੋਲ ਇਸ ਵਾਰ ਕੀਤਾ ਗਿਆ, ਇਹਨੂੰ ਸੈਲੀਬ੍ਰੇਟ ਕੀਤਾ ਗਿਆ ਆ, ਉਹਦੀ ਟੈਗਲਾਈਨ ਕੀ ਆ, ਬ੍ਰਾਂਡ ਲਾਈਨ ਕੀ ਆ ਇੰਡੀਆ ਦੀ, ਇਨਕ੍ਰੈਡੀਬਲ ਇੰਡੀਆ। ਸੈਕੰਡ ਜਗ੍ਹਾ ਹੀ ਪੁੱਛ ਸਕਦੇ ਆ ਕਿ ਕਿੱਥੇ ਇਹ ਇਸ ਵਾਰ ਸੈਲੀਬ੍ਰੇਟ ਕੀਤਾ ਗਿਆ। ਥਰਡ ਪੁੱਛ ਸਕਦੇ ਆ ਕਿ ਕਿਹੜੀ ਮਿਨਿਸਟਰੀ ਨੇ ਇਹਨੂੰ ਪਾਰਟਿਸਿਪੇਟ ਕੀਤਾ ਇਹਦੇ ਵਿੱਚ, ਠੀਕ ਹੈ। ਇਹ 3-4 ਚੀਜ਼ਾਂ ਮਤਲਬ ਇੱਕ ਲਾਈਨ 'ਚੋਂ 3-4 ਤਰ੍ਹਾਂ ਦੇ MCQs ਬਣ ਸਕਦੇ ਆ। ਕਲੀਅਰ ਆ, ਚਲੋ ਅੱਗੇ ਚੱਲਦੇ ਆ। ਨੈਕਸਟ ਆਪਣੇ ਕੋਲ ਹੈਗਾ ਮਡਾਗਾਸਕਰ ਇੱਕ ਕੰਟਰੀ ਆ, ਠੀਕ ਆ ਜੀ। ਉਹਦੀ ਇੱਕ ਅਥਾਰਟੀ ਆ, ਆਪਾਂ ਕਹਦੇ ਇੱਕ ਬੋਡੀ ਆ, ਬਰੋਡਕਾਸਟਿੰਗ ਬੋਡੀ। ਉਹਦੇ ਨਾਲ ਇੰਡੀਆ ਦੀ ਜੋ ਬਰੋਡਕਾਸਟਿੰਗ ਬੋਡੀ ਆ ਪ੍ਰਸਾਰ ਭਾਰਤੀ, ਉਹਨੇ ਇੱਕ MOU ਸਾਈਨ ਕੀਤਾ ਆ ਤਾਂ ਕਿ ਉਹ ਦੋਨੋਂ ਜਣੇ ਮਿਲ ਕੇ ਇੱਕ ਦੂਸਰੇ ਦੀ ਹੈਲਪ ਕਰਕੇ ਬਰੋਡਕਾਸਟਿੰਗ ਨੂੰ ਪ੍ਰੋਪਰਲੀ ਕਰ ਸਕਣ। ਕਲੀਅਰ ਆ। ਤੇ MOU ਸਾਈਨ ਹੋਇਆ ਬਿਟਵੀਨ ਪ੍ਰਸਾਰ ਭਾਰਤੀ ਐਂਡ ਜੋ ਮਡਾਗਾਸਕਰ ਆ ਉਹਦੀ ਕੰਟਰੀ ਦੇ ਉਸ ਦੀ ਬਰੋਡਕਾਸਟਿੰਗ ਏਜੰਸੀ ਦੇ ਨਾਲ, ਯਾਦ ਰੱਖਿਓ ਜੀ। ਚਲੋ ਨੈਕਸਟ ਨਿਊਜ਼ ਆਪਣੇ ਕੋਲ ਨਿਊਜ਼ ਨੰਬਰ 4। ਇਹਦੇ ਵਿੱਚ ਕੀ ਆ ਕਿ ਹੁਣੇ ਸਟਾਰਟ ਕੀਤਾ ਗਿਆ ਆ ਸੈਂਟਰ ਆਫ ਐਕਸੀਲੈਂਸ ਫॉर ਖਾਦੀ, ਠੀਕ ਹੈ, COEK, ਠੀਕ ਹੈ ਜੀ। ਇੱਕ ਜਿਹੜੀ ਆਪਾਂ ਕਹਿੰਦੇ ਸਟਾਰਟ ਕੀਤੀ ਗਈ ਸਕੀਮ ਸੈਂਟਰ ਫॉर ਐਕਸੀਲੈਂਸ ਫॉर ਖਾਦੀ, ਦਿੱਲੀ ਵਿੱਚ ਇਹਨੂੰ ਸਟਾਰਟ ਕੀਤਾ ਗਿਆ। ਤੇ ਸਟਾਰਟ ਕਿਹਨਾਂ ਦੇ ਦੁਆਰਾ ਕੀਤੀ ਗਈ ਹੈ, ਦੋ ਬੋਡੀਜ਼ ਆ ਜਿਹੜੀਆਂ ਮਿਲੀਆਂ ਆਪਸ ਦੇ ਵਿੱਚ, NIFT KVIC। ਹੁਣ NIFT ਕੀ ਆ, ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ। ਇਹਨੇ ਕੋਲੈਬੋਰੇਸ਼ਨ ਕੀਤਾ ਆ ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ ਦੇ ਨਾਲ, ਤੇ ਦੋਨਾਂ ਨੇ ਮਿਲ ਕੇ ਜਿਹੜੀ ਇੱਕ ਨਵੀਂ ਸਕੀਮ ਲਾਂਚ ਕੀਤੀ ਉਹਦਾ ਨਾਮ ਹੈਗਾ ਸੈਂਟਰ ਆਫ ਐਕਸਲੈਂਸ ਫॉर ਖਾਦੀ। ਦਿੱਲੀ ਵਿੱਚ ਇਹਨੂੰ ਸਟਾਰਟ ਕੀਤਾ ਗਿਆ, ਯਾਦ ਰੱਖਿਓ ਜੀ। ਚਲੋ ਅੱਗੇ ਚੱਲਦੇ ਆਪਾਂ। ਅੱਗੇ ਆਪਣੇ ਕੋਲ ਹੈਗਾ ਨਿਊਜ਼ ਨੰਬਰ 5, ਗਤੀ ਸ਼ਕਤੀ ਸੰਚਾਰ ਪੋਰਟਲ, ਠੀਕ ਹੈ। ਗਤੀ ਸ਼ਕਤੀ ਸੰਚਾਰ ਪੋਰਟਲ ਆ, ਇਹਨੂੰ ਲਾਂਚ ਕੀਤਾ ਗਿਆ ਬਾਈ ਦਾ ਮਿਨਿਸਟਰੀ ਆਫ ਕਮਿਊਨੀਕੇਸ਼ਨ, ਇਲੈਕਟ੍ਰੋਨਿਕ, IT ਐਂਡ ਰੇਲਵੇ, ਜਿਹਦੇ ਕਿ ਮਿਨਿਸਟਰ ਹੈਗੇ ਆਪਣੇ ਕੋਲ ਅਸ਼ਵਨੀ ਵੈਸ਼ਨਵ ਜੀ। ਇਹਨਾਂ ਨੇ ਲਾਂਚ ਕੀਤਾ ਆ ਗਤੀ ਸ਼ਕਤੀ ਸੰਚਾਰ ਪੋਰਟਲ। ਕਿਉਂ ਕੀਤਾ ਗਿਆ, ਫॉर ਦੀ ਸੈਂਟਰਲਾਈਜ਼ ਰਾਈਟ ਆਫ ਵੇ, ਤਾਂ ਕਿ ਇਹਦੇ ਨਾਲ ਕੀ ਹੋ ਸਕੂਗਾ, ਜੋ ਲਾਈਨ ਆਪਣੇ ਕੋਲ ਚੱਲ ਰਹੀ ਹੈ ਇੱਕ PM ਗਤੀ ਨੈਸ਼ਨਲ ਮਾਸਟਰ ਮਿਸ਼ਨ ਚੱਲ ਰਿਹਾ ਆ, ਉਸੇ ਨੂੰ ਫੁੱਲਫਿਲ ਕਰਨ ਦੇ ਲਈ ਹੀ ਜੋ ਗਤੀ ਸ਼ਕਤੀ ਸੰਚਾਰ ਪੋਰਟਲ ਨੂੰ ਸਟਾਰਟ ਕੀਤਾ ਗਿਆ। ਦ ਪੋਰਟਲ ਹੈਜ਼ ਬੀਨ ਡਿਵੈਲਪਡ ਕੀਪਿੰਗ ਇਨ ਵਿਊ ਦ ਵਿਜ਼ਨ ਏਰੀਆ ਆਫ ਨੈਸ਼ਨਲ ਬ੍ਰੌਡਬੈਂਡ ਮਿਸ਼ਨ। ਜੋ ਸਾਡਾ ਨੈਸ਼ਨਲ ਬ੍ਰੌਡਬੈਂਡ ਮਿਸ਼ਨ ਆ ਉਹਦੇ ਉੱਤੇ ਨਿਗਰਾਨੀ ਰੱਖਣ ਦੇ ਲਈ ਹੀ ਗਤੀ ਸ਼ਕਤੀ ਸੰਚਾਰ ਪੋਰਟਲ ਨੂੰ ਲਾਂਚ ਕੀਤਾ ਗਿਆ ਆ। ਤੇ ਜਿਹੜਾ ਆਪਣੇ ਕੋਲ NBM ਜਿਹਦੀ ਫੁੱਲ ਫਾਰਮ ਆਪਾਂ ਹੁਣੇ ਦੇਖਿਆ ਜੀ, ਨੈਸ਼ਨਲ ਬ੍ਰੌਡਬੈਂਡ ਮਿਸ਼ਨ, ਇਹਨੂੰ ਸੈਟਅਪ ਕੀਤਾ ਗਿਆ ਆ 2019 ਦੇ ਵਿੱਚ ਅੰਡਰ ਦਾ ਡਿਪਾਰਟਮੈਂਟ ਆਫ ਟੈਲੀ ਕਮਿਊਨੀਕੇਸ਼ਨ। ਚਲੋ ਜੀ ਨੈਕਸਟ ਨਿਊਜ਼ ਆ, ਹੁਣ ਕੁਛ ਆਪਾਂ ਇੰਪੋਰਟੈਂਟ ਨਿਊਜ਼ ਦੇਖਦੇ ਹਾਂ ਸਟੇਟਾਂ ਦੇ ਬਾਰੇ। ਸਭ ਤੋਂ ਪਹਿਲੇ ਨੰਬਰ ਤੇ ਆਪਣੇ ਕੋਲ ਹੈਗਾ ਜੀ ਤਮਿਲਨਾਡੂ। ਤਮਿਲਨਾਡੂ ਦੀ ਗੌਰਮੈਂਟ ਨੇ ਅਨਾਊਂਸ ਕੀਤਾ ਆ ਕਿ ਉਹ ਹੁਣ 1st ਤੋਂ ਲੈ ਕੇ 5th ਕਲਾਸ ਦੇ ਬੱਚਿਆਂ ਨੂੰ ਨਿਊਟਰੀਅਸ ਜਾਨੀ ਨਿਊਟ੍ਰੀਸ਼ਨ ਨਾਲ ਭਰਪੂਰ ਬ੍ਰੇਕਫਾਸਟ ਵੀ ਦੇਣਗੇ, ਠੀਕ ਹੈ, ਜੋ ਵਰਕਿੰਗ ਡੇਜ਼ ਹੋਣਗੇ ਉੱਥੇ। ਹੁਣ ਤੱਕ ਜਿਹੜੀ ਤਮਿਲਨਾਡੂ ਆ ਇੱਦਾਂ ਦੀ ਪਹਿਲੀ ਗੌਰਮੈਂਟ ਬਣੀ ਆ ਜੋ ਕਿ ਮਿਡ ਡੇ ਮੀਲ ਦੇ ਨਾਲ ਬੱਚਿਆਂ ਨੂੰ ਬ੍ਰੇਕਫਾਸਟ ਵੀ ਦਊਗੀ। ਤਾਂ ਮਿਡ ਡੇ ਮੀਲ ਕੀ ਆ, ਮਿਡ ਡੇ ਮੀਲ ਇੱਕ ਇੱਦਾਂ ਦੀ ਸਕੀਮ ਆ ਜੋ ਕਿ ਸਕੂਲਾਂ ਵਿੱਚ 1st ਤੋਂ ਲੈ ਕੇ 8th ਕਲਾਸ ਤੱਕ ਬੱਚਿਆਂ ਨੂੰ ਫੂਡ ਦਿੱਤਾ ਜਾਂਦਾ ਗੌਰਮੈਂਟ ਸਕੂਲ ਦੇ ਵਿੱਚ, ਠੀਕ ਹੈ। ਫੂਡ ਕਿਉਂ ਦਿੱਤਾ ਜਾਂਦਾ, ਤਾਂ ਕਿ ਜੋ ਬੱਚਿਆਂ ਦੇ ਵਿੱਚ ਨਿਊਟ੍ਰੀਸ਼ਨ ਦੀ ਕਮੀ ਆ ਉਹਨੂੰ ਫੁੱਲਫਿਲ ਕੀਤਾ ਜਾ ਸਕੇ ਤੇ ਜੋ ਬੱਚੇ ਆ ਉਹ ਤੰਦਰੁਸਤ ਹੋ ਸਕਣ, ਸਿਹਤਮੰਦ ਹੋ ਸਕਣ। ਜਿਵੇਂ ਆਪਾਂ ਨੂੰ ਪਤਾ ਕਿ ਬੱਚੇ ਜਿਹੜੇ ਹੁੰਦੇ ਆ ਉਹੀ ਆਉਣ ਵਾਲੇ ਦੇਸ਼ ਦਾ ਭਵਿੱਖ ਆ। ਕਲੀਅਰ ਆ। ਤੇ ਤਮਿਲਨਾਡੂ ਪਹਿਲੀ ਸਟੇਟ ਗੌਰਮੈਂਟ ਇੱਦਾਂ ਦੀ ਬਣੀ ਆ ਜਿਨ੍ਹਾਂ ਨੇ ਕਿ ਬ੍ਰੇਕਫਾਸਟ ਸ਼ੁਰੂ ਕੀਤਾ ਆ ਲੰਚ ਦੇ ਨਾਲ। ਲੰਚ ਵਿੱਚ ਆਪਾਂ ਨੂੰ ਮਿਡ ਡੇ ਮੀਲ ਆ ਤੇ ਬ੍ਰੇਕਫਾਸਟ ਆਪਾਂ ਨੂੰ ਸਵੇਰ ਦਿੱਤਾ ਜਾਂਦਾ ਆ। ਪਰ ਇਹ ਯਾਦ ਰੱਖਿਓ ਕਿ ਜਿਹੜਾ ਮਿਡ ਡੇ ਮੀਲ ਆ ਉਹ 1st ਤੋਂ ਲੈ ਕੇ 8th ਤੱਕ ਆ, ਤੇ ਜਿਹੜੀ ਇਹ ਸਕੀਮ ਆ ਜੀ ਇਹ ਹੈਗੀ ਆ 1st ਤੋਂ ਲੈ ਕੇ 5th ਤੱਕ। ਚਲੋ ਨੈਕਸਟ ਨਿਊਜ਼ ਆਪਣੇ ਕੋਲ ਹੈਗੀ ਜੀ ਸੈਕਿੰਡ ਨੰਬਰ ਨਿਊਜ਼ ਆ, ਇਹ ਹਰਿਆਣਾ ਗੌਰਮੈਂਟ ਨੇ ਸਕੀਮ ਸਟਾਰਟ ਕੀਤੀ ਆ। ਸਕੀਮ ਦਾ ਨਾਮ ਕੀ ਆਪਣੇ ਕੋਲ ਅਧਿਗਮ। ਇਸ ਸਕੀਮ ਦੇ ਅੰਡਰ ਉਹ ਟੈਬਲੇਟ, ਠੀਕ ਆ, ਮਤਲਬ ਟੈਬਲੇਟ ਮੀਨਸ ਜਿਹੜੇ ਟੈਬ ਹੁੰਦੇ ਆ ਕੰਪਿਊਟਰ ਟਾਈਪ, ਜਿਹੜੇ ਛੋਟੇ ਛੋਟੇ ਕੰਪਿਊਟਰ ਹੁੰਦੇ ਆ ਉਹ ਬੱਚਿਆਂ ਨੂੰ ਡਿਸਟਰੀਬਿਊਟ ਕਰੂਗੀ ਹਰਿਆਣਾ ਗੌਰਮੈਂਟ। ਉਹ ਬੱਚੇ ਜਿਹੜੇ 10ਵੀਂ ਤੋਂ 12ਵੀਂ ਦੇ ਆ ਜੀ, 10th ਐਂਡ 12th ਦੇ ਕਲਾਸਿਸ ਦੇ ਬੱਚਿਆਂ ਨੂੰ ਇਹ ਟੈਬ ਦਿੱਤੇ ਜਾਣਗੇ। ਬਸ ਤੁਸੀਂ ਯਾਦ ਰੱਖਣਾ ਕਿ ਇਸ ਸਕੀਮ ਦਾ ਨਾਮ ਕੀ ਆ ਅਤੇ ਕਿਹੜੀ ਗੌਰਮੈਂਟ ਨੇ ਲਾਂਚ ਕੀਤਾ ਇਹਨੂੰ। ਚਲੋ ਜੀ ਨੈਕਸਟ ਉਸ ਤੋਂ ਬਾਅਦ ਇੱਕ ਹੋਰ ਸਕੀਮ ਆਪਣੇ ਕੋਲ ਹੈਗੀ ਜੀ, ਨੈਕਸਟ ਨਿਊਜ਼ ਆਪਣੇ ਕੋਲ ਨਿਊਜ਼ ਨੰਬਰ 3, ਦਿੱਲੀ ਗੌਰਮੈਂਟ ਨੇ ਹੁਣੇ ਪ੍ਰੋਵਾਈਡ ਕੀਤੇ ਆ ਜੀ ਫ੍ਰੀ ਸੀਵੇਜ ਕਨੈਕਸ਼ਨ। ਸਕੀਮ ਦਾ ਨਾਮ ਕੀ ਆ, ਮੁੱਖ ਮੰਤਰੀ ਮੁਫਤ ਸੀਵੇਜ ਕਨੈਕਸ਼ਨ ਯੋਜਨਾ। ਤੇ ਯਾਦ ਰੱਖਿਓ ਜਿਹੜੀ ਮੁੱਖ ਮੰਤਰੀ ਮੁਫਤ ਸੀਵੇਜ ਕਨੈਕਸ਼ਨ ਯੋਜਨਾ ਹੈ ਦਿੱਲੀ ਗੌਰਮੈਂਟ ਦੀ ਆ। ਇਹਦੇ ਅੰਡਰ ਕੀ ਦਿੱਤਾ ਜਾਊਗਾ ਜੀ, ਫ੍ਰੀ ਸੀਵੇਜ ਕਨੈਕਸ਼ਨ ਦਿੱਤੇ ਜਾਣਗੇ,
ਕਿੰਨੇ ਲੋਕਾਂ ਨੂੰ ਦਿੱਤੇ ਜਾਣਗੇ? 25,000 ਘਰਾਂ ਨੂੰ ਦਿੱਤੇ ਜਾਣਗੇ ਇਨ ਦਾ ਈਸਟ ਦਿੱਲੀ, ਜਿੱਥੇ ਕਿ ਲਗਭਗ 12 ਕਲੋਨੀਆਂ ਨੇ ਜਿਨ੍ਹਾਂ ਨੂੰ ਫ੍ਰੀ ਕਨੈਕਸ਼ਨ ਦਿੱਤੇ ਜਾਣਗੇ। ਕਿਉਂ ਆ? ਕਿਉਂਕਿ ਇਹ ਜਿਹੜੇ ਹਾਊਸ ਹੋਲਡ ਆ ਇਹ ਕਨੈਕਸ਼ਨਾਂ ਦਾ ਯੂਜ਼ ਕਰਕੇ ਜੋ ਸੀਵੇਜ ਆ ਇਹਨੂੰ ਲੈ ਕੇ ਇਹ ਜਿਹੜਾ ਯਮੁਨਾ ਬਿਹਾਰ ਦਾ ਸੀਵੇਜ ਟਰੀਟਮੈਂਟ ਪਲਾਂਟ ਆ ਉੱਥੇ ਲਿਜਾਇਆ ਜਾਊਗਾ। ਮਤਲਬ ਜਿਹੜੇ ਘਰਾਂ ਦੇ ਵਿੱਚੋਂ ਵੇਸਟੇਜ ਨਿਕਲਦਾ ਆ ਉਹ ਇੱਥੋਂ ਸਿੱਧਾ ਹੀ ਜੋ ਸੀਵੇਜ ਟਰੀਟਮੈਂਟ ਪਲਾਂਟ ਆ ਉੱਥੇ ਲਿਜਾਇਆ ਜਾਊਗਾ ਅਤੇ ਉਹਨੂੰ ਸਾਫ਼ ਕਰਕੇ ਫਿਰ ਯਮੁਨਾ ਦੇ ਵਿੱਚ ਛੱਡਿਆ ਜਾਊਗਾ। ਪਹਿਲਾਂ ਅਨਟਰੀਟਡ ਵਾਟਰ ਜਿਹੜਾ ਸੀਗਾ, ਅਨਟਰੀਟਡ ਸੀਵੇਜ ਸੀਗਾ, ਉਹ ਸਿੱਧਾ ਯਮੁਨਾ ਜਾਂਦਾ ਸੀਗਾ ਅਤੇ ਯਮੁਨਾ ਦੇ ਪਾਣੀ ਨੂੰ ਖਰਾਬ ਕਰਦਾ ਸੀਗਾ। ਜਿਹੜਾ ਡਿਸੀਜ਼ਨ ਲਿਆ ਗਿਆ ਆ DJL ਮਤਲਬ ਦਿੱਲੀ ਜਲ ਬੋਰਡ ਦੇ ਦੁਆਰਾ, ਜਿਹਦੇ ਕਿ ਚੇਅਰਮੈਨ ਹੈਗੇ ਆ ਵਾਟਰ ਮਿਨਿਸਟਰ ਸਤਿੰਦਰ ਜੈਨ। ਕਲੀਅਰ? ਚਲੋ ਅੱਗੇ ਚੱਲਦੇ ਹਾਂ। ਨੈਕਸਟ ਆਪਣੇ ਕੋਲ ਹੈਗਾ ਹਰਿਆਣਾ ਗੌਰਮੈਂਟ ਦੇ ਰਿਲੇਟਡ ਇੱਕ ਹੋਰ ਸਕੀਮ ਆ। ਹਰਿਆਣਾ ਗੌਰਮੈਂਟ ਨੇ ਇੱਕ ਹੋਰ ਸਕੀਮ ਲਾਂਚ ਕੀਤੀ ਹੈ ਜਿਹਦਾ ਨਾਮ ਹੈਗਾ ਆਪਣੇ ਕੋਲ ਚਾਰਾ ਬਿਜਾਈ ਯੋਜਨਾ। ਇਹਦੇ ਵਿੱਚ ਕੀ ਹੈ ਜੀ? ਪ੍ਰੋਵਾਈਡ ਕੀਤਾ ਜਾਊਗਾ ਫਾਈਨੈਂਸ਼ੀਅਲ ਅਸਿਸਟੈਂਸ 10,000 ਰੁਪਏ ਦੀ ਪਰ ਏਕੜ ਦੇ ਹਿਸਾਬ ਨਾਲ। ਜਿਹੜਾ ਵੀ ਫਾਰਮਰ ਫੋਡਰ ਕ੍ਰੌਪ ਕਰੂਗਾ, ਮਤਲਬ ਚਾਰੇ ਦੀਆਂ ਫਸਲਾਂ ਉਗਾਊਗਾ, ਉਹਨਾਂ ਨੂੰ 10,000 ਰੁਪਇਆ ਪਰ ਏਕੜ ਦੇ ਹਿਸਾਬ ਨਾਲ ਦਿੱਤਾ ਜਾਊਗਾ। ਫਾਰਮਰਸ ਨੂੰ ਨੀਡ ਹੈਗੀ ਆ ਜੀ ਟੂ ਗਰੋ ਦਾ ਅਪ ਟੂ 10 ਏਕੜਸ, ਜਿਹੜਾ 10 ਏਕੜ ਤੱਕ ਗਰੋ ਕਰੂਗਾ ਉਹਨਾਂ ਨੂੰ ਇਹ ਮਿਲੂਗੀ। ਠੀਕ ਹੈ? ਅਤੇ ਜਿਹੜਾ ਪੈਸਾ ਇਹ ਕ੍ਰੈਡਿਟ ਕੀਤਾ ਜਾਊਗਾ ਬੈਂਕ ਅਕਾਊਂਟ ਦੇ ਵਿੱਚ, ਕੈਸ਼ ਨਹੀਂ ਮਿਲੂਗਾ। ਮਤਲਬ ਇਹ ਕਿਹੜੀ ਸਕੀਮ ਹੋ ਗਿਆ ਜੀ? DBT ਮੋਡ। DBT ਮਤਲਬ ਹੁੰਦਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ। ਤਾਂ ਜੋ ਵੀ ਫਾਰਮਰ ਇਹ ਖੇਤੀ ਕਰਨਗੇ ਉਹਨਾਂ ਨੂੰ ਡਾਇਰੈਕਟਲੀ ਖਾਤੇ ਵਿੱਚ ਇਹ ਪੈਸੇ ਦਿੱਤੇ ਜਾਣਗੇ। ਇਸੇ ਦੇ ਨਾਲ 5th ਨਿਊਜ਼ ਆਪਣੇ ਕੋਲ ਜੀ, ਮਹਾਰਾਸ਼ਟਰ ਮੁੰਬਈ ਦੇ ਵਿੱਚ ਆਪਣੀ ਕੰਟਰੀ ਦਾ ਫਰਸਟ ਔਰਗੈਨਿਕ ਵੇਸਟ ਪਾਵਰਡ EV ਚਾਰਜਰ ਜਿਹੜਾ ਸਟੇਸ਼ਨ ਉਹ ਲਾਂਚ ਕੀਤਾ ਗਿਆ ਆ। ਹੁਣ ਇਹ ਕੀ ਆ ਜੀ? EV ਇਲੈਕਟ੍ਰੋਨਿਕ ਵਹੀਕਲ ਚਾਰਜ। ਮਤਲਬ ਕੀ ਆ ਕਿ ਜਿਵੇਂ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ ਆਪਦੇ ਵਹੀਕਲ 'ਤੇ, ਤੁਹਾਡੀ ਵਹੀਕਲ ਦੇ ਵਿੱਚ ਫਿਊਲ ਘੱਟ ਜਾਂਦਾ, ਪੈਟਰੋਲ ਜਾਂ ਡੀਜ਼ਲ ਜੋ ਵੀ ਹੈਗਾ, ਤੁਸੀਂ ਉਹਨੂੰ ਕਿਸੇ ਪੈਟਰੋਲ ਪੰਪ 'ਤੇ ਲੈ ਕੇ ਜਾਂਦੇ ਹੋ, ਡੀਜ਼ਲ ਭਰਵਾ ਲੈਂਦੇ ਹੋ। ਇੱਦਾਂ ਫੋਰ ਐਗਜ਼ਾਮਪਲ ਤੁਹਾਡੇ ਕੋਲ ਇਲੈਕਟ੍ਰੋਨਿਕ ਵਹੀਕਲ ਆ ਜਿਹੜੇ ਬੈਟਰੀ 'ਤੇ ਚੱਲਣ ਵਾਲੀਆਂ ਤੁਹਾਡੇ ਕੋਲ ਸਾਧਨ ਆ, ਤੁਸੀਂ ਘਰੋਂ ਚਾਰਜ ਕਰਕੇ ਨਿਕਲੇ, ਦੂਰ ਚਲੇ ਗਏ ਹੋ ਅਤੇ ਉਹ ਡਾਊਨ ਹੋ ਚੁੱਕਾ, ਹੁਣ ਵਿੱਚ ਬੈਟਰੀ ਨਹੀਂ ਹੈਗੀ, ਤਾਂ ਉਹਦੇ ਵਿੱਚ ਉਹਨੂੰ ਚਾਰਜ ਕਰਨ ਦੇ ਲਈ ਇੱਕ EV ਸਟੇਸ਼ਨ ਹੁੰਦੇ ਆ, EV ਚਾਰਜਿੰਗ ਸਟੇਸ਼ਨ। ਉਹਨੂੰ ਪਾਵਰ ਜਿਹੜੀ ਦਿੱਤੀ ਜਾਊਗੀ ਉਹ ਔਰਗੈਨਿਕ ਵੇਸਟ ਤੋਂ ਦਿੱਤੀ ਜਾਊਗੀ। ਇਹ ਜਿਹੜਾ ਨਵਾਂ ਸਭ ਤੋਂ ਪਹਿਲਾਂ ਔਰਗੈਨਿਕ ਵੇਸਟ ਵਾਲਾ EV ਚਾਰਜਰ ਸਟੇਸ਼ਨ ਆ ਇਹ ਮਹਾਰਾਸ਼ਟਰ ਵਿੱਚ ਸਟਾਰਟ ਕੀਤਾ ਗਿਆ ਆ। ਇਹ ਲਗਭਗ 220 ਯੂਨਿਟ ਪ੍ਰੋਡਿਊਸ ਕਰੂਗਾ ਫੂਡ ਵੇਸਟ ਨੂੰ ਯੂਜ਼ ਕਰਕੇ। ਅਤੇ ਇਸ ਐਨਰਜੀ ਨੂੰ ਯੂਜ਼ ਕਿੱਥੇ ਕਿੱਥੇ ਕੀਤਾ ਜਾਊਗਾ? ਇੱਕ ਤਾਂ ਸਟਰੀਟ ਲਾਈਟਾਂ, ਜੋ ਉਸ ਏਰੀਏ ਦੀਆਂ ਸਟਰੀਟ ਲਾਈਟਾਂ ਨੂੰ ਜਗਾਉਣ ਦੇ ਲਈ, ਪਲੱਸ ਜੋ ਇਲੈਕਟ੍ਰੋਨਿਕ ਵਹੀਕਲ ਆ ਉਹਨਾਂ ਨੂੰ ਚਾਰਜ ਕਰਨ ਦੇ ਲਈ ਵੀ ਇਹਦਾ ਯੂਜ਼ ਕੀਤਾ ਜਾਊਗਾ। ਜਿਹੜਾ ਪ੍ਰੋਜੈਕਟ ਆ ਇਹ ਕੀਤਾ ਗਿਆ ਆ ਸਿਵਿਕ ਬੋਡੀ, ਜਿਹੜੀ ਉਸ ਏਰੀਆ ਦੀ ਸਿਵਿਕ ਬੋਡੀ ਆ ਉਹਦੇ ਨਾਲ ਹੈਲਪ ਕੀਤੀ ਆ ਐਰੋਕੇਅਰ ਕਲੀਨ ਐਨਰਜੀ ਨੇ, ਦੋਨਾਂ ਨੇ ਮਿਲ ਕੇ ਇਹਨੂੰ ਇਨੀਸ਼ੀਏਟ ਨੂੰ ਸਿਰੇ ਲਾਇਆ ਜੀ। ਚਲੋ ਨੈਕਸਟ ਦੇਖਦੇ ਆਪਾਂ ਕੁਝ ਇੰਪੋਰਟੈਂਟ ਨਿਊਜ਼ ਨੇ ਵਰਲਡ ਦੀਆਂ, ਉਹਨਾਂ ਨੂੰ ਦੇਖਦੇ ਆਪਾਂ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਜੀ ਸਾਊਥ ਕੋਰੀਆ ਦੇ ਨਾਲ ਰਿਲੇਟਡ ਨਿਊਜ਼ ਆ। ਸਾਊਥ ਕੋਰੀਆ ਜਿਹੜਾ ਆ ਏਸ਼ੀਆ ਦੀ ਫਰਸਟ ਇੱਦਾਂ ਦੀ ਕੰਟਰੀ ਬਣਿਆ ਜਿਹਨੇ ਜੁਆਇਨ ਕੀਤਾ ਆ ਨਾਟੋ ਦਾ ਸਾਈਬਰ ਡਿਫੈਂਸ ਗਰੁੱਪ। ਠੀਕ ਹੈ? ਨਾਟੋ ਨੂੰ ਜੁਆਇਨ ਨਹੀਂ ਕੀਤਾ, ਯਾਦ ਰੱਖਿਓ, ਨਾਟੋ ਦੇ ਸਾਈਬਰ ਡਿਫੈਂਸ ਗਰੁੱਪ ਨੂੰ ਜੁਆਇਨ ਕੀਤਾ ਆ, ਅਤੇ ਏਸ਼ੀਆ ਦੀ ਇਹ ਫਰਸਟ ਇੱਦਾਂ ਦੀ ਕੰਟਰੀ ਆ। ਕਲੀਅਰ ਆ ਜੀ? ਜਿਹੜੇ ਸਾਈਬਰ ਡਿਫੈਂਸ ਗਰੁੱਪ ਦੀ ਆਪਾਂ ਗੱਲ ਕਰੀਏ, ਇਹਦੀ ਫਾਊਂਡੇਸ਼ਨ ਹੋਈ ਸੀਗੀ 2008 ਦੇ ਵਿੱਚ, ਜਿਹਦਾ ਕੰਮ ਕੀ ਸੀਗਾ? ਰਿਸਪੌਂਸ ਕਰਦਾ ਸੀਗਾ ਜਦੋਂ ਵੀ ਕੋਈ ਸਾਈਬਰ ਅਟੈਕ ਹੁੰਦਾ ਸੀਗਾ ਇਹਨਾਂ ਕੰਟਰੀਜ਼ 'ਤੇ, ਤਾਂ ਉਹਨੂੰ ਰੋਕਣ ਦੇ ਲਈ, ਉੱਤੇ ਰਿਸਰਚ ਕਰਨ ਦੇ ਲਈ, ਕੰਟਰੀਜ਼ ਨੂੰ ਟ੍ਰੇਨਿੰਗ ਦੇਣ ਦੇ ਲਈ, ਅਤੇ ਜੋ ਵੀ ਸਾਈਬਰ ਅਟੈਕ ਹੁੰਦੇ ਉਹਨਾਂ ਨੂੰ ਰੋਕਣ ਦੇ ਲਈ ਇਹ ਜਿਹੜਾ ਗਰੁੱਪ ਇਹ ਬਣਾਇਆ ਗਿਆ ਆ। ਨਾਟੋ ਦੇ ਵਿੱਚ ਜਿਹੜੇ ਹੁਣ ਤੱਕ ਜਿਹੜੇ 27 ਮੈਂਬਰ ਇੱਦਾਂ ਦੇ ਨੇ ਜਿਹੜੇ ਇਸ ਗਰੁੱਪ ਦੇ ਵਿੱਚ ਉਹ ਨਾਟੋ ਦੇ ਨੇ, ਅਤੇ 5 ਮੈਂਬਰ ਨਾਟੋ ਦੇ ਨਹੀਂ ਗਏ। ਮਤਲਬ ਟੋਟਲ ਇਹਦੇ ਵਿੱਚ ਆਪਣੇ ਕੋਲ 32 ਮੈਂਬਰਸ ਆ ਇਸ ਗਰੁੱਪ ਦੇ ਵਿੱਚ। ਠੀਕ ਆ? ਹੁਣ ਆਪਾਂ ਥੋੜ੍ਹਾ ਜਿਹਾ ਨਾਟੋ ਬਾਰੇ ਜੇ ਪੜ੍ਹੀਏ ਤਾਂ ਨਾਟੋ ਦੀ ਫੁੱਲ ਫਾਰਮ ਕੀ ਆ, ਨੋਟ ਕਰ ਲਿਓ ਜੀ। ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਕੀ ਆ ਜੀ? ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਅਤੇ ਇਹ ਕੀ ਆ ਜੀ? ਇੱਕ ਮਿਲਟਰੀ ਅਲਾਈੰਸ ਆ, ਇਹ ਮਿਲਟਰੀ ਗਰੁੱਪ ਆ। ਮਤਲਬ 30 ਮੈਂਬਰਸ ਇਹਦੇ ਵਿੱਚ ਹੈਗੇ ਆ। ਕੱਲ੍ਹ ਨੂੰ ਕੋਈ ਵੀ ਇੱਕ ਕੰਟਰੀ ਨਾਲ ਕੋਈ ਦੂਜੀ ਕੰਟਰੀ ਕੋਈ ਇਹਦੇ ਨਾਲ ਯੁੱਧ ਕਰਨ ਦੀ ਕੋਸ਼ਿਸ਼ ਕਰਦੀ ਆ, ਵਾਰ ਕਰਨ ਦੀ ਕੋਸ਼ਿਸ਼ ਕਰਦੀ ਆ, ਤਾਂ ਉਸ ਕੇਸ ਦੇ ਵਿੱਚ ਜੋ ਬਾਕੀ ਕੰਟਰੀ ਮੈਂਬਰਸ ਨੇ ਨਾਟੋ ਦੇ ਉਹ ਉਹਦੀ ਹੈਲਪ ਕਰਨ ਦੇ ਲਈ ਅੱਗੇ ਆ ਜਾਣਗੇ। ਠੀਕ ਹੈ? ਯਾਦ ਰੱਖਿਓ, ਉਹਦੀ ਫੁੱਲ ਫਾਰਮ ਯਾਦ ਰੱਖਿਓ। ਇੱਕ ਮਿਲਟਰੀ ਅਲਾਈੰਸ ਆ ਅਤੇ 30 ਮੈਂਬਰ ਆ। ਠੀਕ ਆ? ਚਲੋ ਅੱਗੇ ਚੱਲਦੇ ਹਾਂ। ਨੈਕਸਟ ਆਪਣੇ ਕੋਲ ਨਿਊਜ਼ ਆ ਰੈਮਿਟੈਂਸਿਸ ਦੇ ਰਿਲੇਟਡ। ਠੀਕ ਆ? ਕੀ ਹੈ ਜੀ? ਰੈਮਿਟੈਂਸ ਕੀ ਹੁੰਦੇ ਆ? ਇੱਕ ਇੱਦਾਂ ਦਾ ਪੈਸਾ ਜੋ ਫੋਰਨ ਕੰਟਰੀ ਵਿੱਚੋਂ ਆਪਣੀ ਕੰਟਰੀ ਦੇ ਲੋਕ ਵਾਪਸ ਭੇਜਦੇ ਆ। ਐਗਜ਼ਾਮਪਲ ਦੇ ਲਈ ਆਪਣਾ ਕੋਈ ਦੋਸਤ ਮਿੱਤਰ ਕਿਸੇ ਕੰਟਰੀ ਵਿੱਚ ਗਿਆ ਆ, ਕੈਨੇਡਾ, ਅਮਰੀਕਾ ਜਾਂ ਹੋਰ ਕਿਸੇ ਕੰਟਰੀ ਦੇ ਵਿੱਚ ਆ, ਤੁਸੀਂ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਲੋੜ ਆ ਪੈਸੇ ਭੇਜਦੇ, ਅਤੇ ਜਦੋਂ ਪੈਸੇ ਇੰਡੀਆ ਵਿੱਚ ਭੇਜਦਾ ਆ ਬਾਏ ਮਨੀਗ੍ਰਾਮ ਜਾਂ ਬੈਂਕ ਦੇ ਵਿੱਚ ਡਾਇਰੈਕਟਲੀ ਟ੍ਰਾਂਸਫਰ ਕਰਦਾ ਆ, ਉਸ ਪੈਸੇ ਨੂੰ ਅਸੀਂ ਰੈਮਿਟੈਂਸ ਕਹਿੰਦੇ ਆ। ਠੀਕ ਹੈ? ਅਤੇ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਰੈਮਿਟੈਂਸ ਮੰਗਵਾਉਣ ਦੇ ਮਾਮਲੇ ਦੇ ਵਿੱਚ ਇੰਡੀਆ ਸਭ ਤੋਂ ਪਹਿਲੇ ਨੰਬਰ 'ਤੇ, ਇੰਡੀਆ ਟੌਪ 'ਤੇ ਆ ਰੈਮਿਟੈਂਸ ਨੂੰ ਇੰਡੀਆ ਦੇ ਵਿੱਚ ਮੰਗਵਾਉਣ ਦੇ ਲਈ। ਦੂਸਰੇ ਨੰਬਰ 'ਤੇ ਕੰਟਰੀ ਹੁੰਦੀ ਹੈ ਮੈਕਸੀਕੋ, ਅਤੇ 3rd ਨੰਬਰ 'ਤੇ ਕੰਟਰੀ ਹੁੰਦੀ ਹੈ ਚਾਈਨਾ। ਬਹੁਤ ਇੰਪੋਰਟੈਂਟ ਆ, ਯਾਦ ਰੱਖਿਓ, ਫਸਟ ਕਿਹੜੀ ਆ, ਸੈਕਿੰਡ ਕਿਹੜੀ ਆ, ਅਤੇ 3rd ਕਿਹੜੀ ਆ। ਠੀਕ ਆ? ਅਤੇ ਰੈਮਿਟੈਂਸ ਹੁੰਦੇ ਕੀ ਆ ਮੈਂ ਦੱਸ ਚੁੱਕਾ ਤੁਹਾਨੂੰ ਡਿਟੇਲ ਦੇ ਵਿੱਚ। ਜੇ ਆਪਾਂ ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਬੰਗਲਾਦੇਸ਼ 7th ਨੰਬਰ 'ਤੇ ਆਉਂਦਾ। ਅੱਗੇ ਆਪਣੇ ਕੋਲ ਹੈਗਾ ਜੀ ਨੈਕਸਟ ਨਿਊਜ਼ ਆ ਕਿ ਇੰਡੀਆ
ਨੇ ਕੰਟਰੀਬਿਊਟ ਕੀਤਾ ਆ 8 ਲੱਖ US ਡਾਲਰ। ਇਹ ਜੀ ਇੰਨੇ ਕਿੱਥੇ ਪੈਸੇ ਲਾਤੇ ਆ? ਇਹ ਲਾਇਆ ਯੂਨਾਈਟਿਡ ਨੇਸ਼ਨ ਦੇ ਵਿੱਚ, ਤਾਂ ਕਿ ਅਸੀਂ ਇੰਡੀਆ ਦੀ ਜਿਹੜੀ ਲੈਂਗੁਏਜ ਹਿੰਦੀ ਆ ਉਹਨੂੰ ਪ੍ਰਮੋਟ ਕਰ ਸਕੀਏ। ਠੀਕ ਹੈ, ਯੂਨਾਈਟਿਡ ਨੇਸ਼ਨ ਦੇ ਵਿੱਚ ਇੰਡੀਆ ਨੇ 8 ਲੱਖ ਜਿਹੜੇ ਆਪਣੇ ਡਾਲਰ ਆ ਉਹਨੂੰ ਇਨਵੈਸਟ ਕੀਤਾ ਆ, US ਡਾਲਰ ਆ, ਤਾਂ ਕਿ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਹਿੰਦੀ ਲੈਂਗੁਏਜ ਨੂੰ ਪ੍ਰਮੋਟ ਕਰ ਸਕੀਏ। ਹੁਣ ਆਪਾਂ ਹਿੰਦੀ ਲੈਂਗੁਏਜ ਬਾਰੇ ਥੋੜ੍ਹਾ ਜਿਹਾ ਪੜ੍ਹੀਏ ਤਾਂ ਜੋ ਹਿੰਦੀ ਲੈਂਗੁਏਜ ਆ ਇਹਨੂੰ ਅਡੋਪਟ ਕੀਤਾ ਗਿਆ ਸੀ 14 ਸਤੰਬਰ 1949 ਦੇ ਵਿੱਚ। ਠੀਕ ਹੈ ਜੀ, 14 ਸਤੰਬਰ 1949 ਵਿੱਚ ਅਸੀਂ ਇਹਨੂੰ ਅਡੋਪਟ ਕੀਤਾ ਸੀਗਾ ਐਜ਼ ਆ ਆਫੀਸ਼ੀਅਲ ਲੈਂਗੁਏਜ ਆਫ ਦਾ ਕੰਟਰੀ। ਠੀਕ ਹੈ, ਉਸੇ ਟਾਈਮ ਅਸੀਂ ਇਹ ਵੀ ਕੀਤਾ ਸੀਗਾ ਕਿ ਜਿਹੜੀ ਇੰਡੀਆ ਦੇ ਆਫੀਸ਼ੀਅਲ ਲੈਂਗੁਏਜ ਉਹ ਇੰਗਲਿਸ਼ ਅਤੇ ਹਿੰਦੀ ਦੋਨੋਂ ਹੋਣਗੀਆਂ। ਠੀਕ ਹੈ, ਇਸੇ ਕਰਕੇ ਅਸੀਂ 14 ਸੈਪਟੈਂਬਰ ਨੂੰ ਹਿੰਦੀ ਡੇ ਵੀ ਸੈਲੀਬ੍ਰੇਟ ਕਰਦੇ ਹਾਂ। ਇਟ ਮੀਨਸ ਸਾਨੂੰ ਦੋ ਚੀਜ਼ਾਂ ਪਤਾ ਲੱਗੀਆਂ, ਹਿੰਦੀ ਡੇ ਕਦੋਂ ਸੈਲੀਬ੍ਰੇਟ ਕਰਦੇ ਹਾਂ? 14 ਸੈਪਟੈਂਬਰ ਨੂੰ, ਯਾਦ ਰੱਖਿਓ। ਜੇ ਆਪਾਂ ਥੋੜ੍ਹਾ ਜਿਹਾ ਪੋਲਿਟੀ ਦੇ ਪਰਸਪੈਕਟਿਵ ਨਾਲ ਦੇਖੀਏ ਤਾਂ ਪਾਰਟ 17 ਵਿੱਚ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਆਫੀਸ਼ੀਅਲ ਲੈਂਗੁਏਜ ਉਹਦੇ ਬਾਰੇ ਗੱਲ ਕੀਤੀ ਗਈ ਆ। ਅਤੇ ਜਿਹੜਾ ਆਰਟੀਕਲ 343 ਆ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਸਾਡੀ ਆਫੀਸ਼ੀਅਲ ਲੈਂਗੁਏਜ ਆ ਉਹ ਆਪਣੀ ਹੋਊਗੀ ਜੀ ਹਿੰਦੀ ਐਂਡ ਇੰਗਲਿਸ਼, ਦੋਨੇ ਸਾਡੀਆਂ ਆਫੀਸ਼ੀਅਲ ਲੈਂਗੁਏਜ ਹੋਣਗੀਆਂ। ਕਲੀਅਰ? ਹਿੰਦੀ ਦੀ ਸਭ ਤੋਂ ਪਹਿਲੀ ਬੁੱਕ ਜਿਹੜੀ ਪਬਲਿਸ਼ ਕੀਤੀ ਗਈ ਸੀਗੀ ਹਿੰਦੀ ਵਿੱਚ, ਉਹਦਾ ਨਾਮ ਸੀਗਾ ਪ੍ਰੇਮ ਸਾਗਰ, ਅਤੇ ਉਹ ਲਿਖੀ ਗਈ ਸੀਗੀ ਲਾਲੂ ਲਾਲ ਜੀ ਦੇ ਦੁਆਰਾ। ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਆ, ਹਿਸਟੋਰੀਕਲ ਇਨਫੋਰਮੇਸ਼ਨ ਆ, ਇਹਨੂੰ ਨੋਟ ਜ਼ਰੂਰ ਕਰ ਲਿਓ ਜੀ। ਚਲੋ ਅੱਗੇ ਚੱਲਦੇ ਹਾਂ। ਓਨਰਸ ਐਂਡ ਅਵਾਰਡਸ, ਕਿਹੜੇ ਕਿਹੜੇ ਅਵਾਰਡ ਕਿਹਨੂੰ ਕਿਹਨੂੰ ਮਿਲੇ ਆ ਉਹ ਆਪਾਂ ਦੇਖਦੇ ਹਾਂ। ਇੱਕ ਦਨਿਸ਼ ਸਦੀਕੀ ਜੀ ਹੋਏ ਨੇ, ਜਿਨ੍ਹਾਂ ਦੀ ਕਿ ਹੁਣ ਹਾਲਾਂਕਿ ਮ੍ਰਿਤੂ ਹੋ ਚੁੱਕੀ ਆ। ਉਹਨਾਂ ਨੂੰ ਇੱਕ ਪੁਲਿਟਜ਼ਰ ਪ੍ਰਾਈਜ਼ ਦਿੱਤਾ ਗਿਆ ਜੀ, ਪੁਲਿਟਜ਼ਰ ਪ੍ਰਾਈਜ਼। ਇਹ ਉਹ ਬੰਦਿਆਂ ਨੂੰ ਮਿਲਦਾ ਜਿਹੜੇ ਕਿ ਫੋਟੋ ਜਰਨਲਿਸਟ ਹੁੰਦੇ ਆ, ਅਤੇ ਇਹ ਜਿਹੜੇ ਆਪਣੇ ਦਿਨੇਸ਼ ਜੀ ਨੇ ਇਹ ਫੋਟੋ ਜਰਨਲਿਸਟ ਹੀ ਸੀਗੇ। ਇਹਨਾਂ ਨੂੰ ਫੋਟੋਗ੍ਰਾਫੀ ਕੈਟਾਗਰੀ ਦੇ ਵਿੱਚ ਇਹ ਅਵਾਰਡ ਮਿਲਿਆ ਆ। ਇਹਨਾਂ ਦੇ ਨਾਲ 3 ਹੋਰ ਇੰਡੀਅਨ ਸੀਗੇ, ਅਦਨਾਨ ਅਬੀਦੀ ਜੀ, ਸਨਾ ਇਰਸ਼ਾਦ ਮੱਟੋ ਐਂਡ ਅਮਿਤ ਦਾਵੇ। ਇਹ 3 ਪਰਸਨੈਲਿਟੀ ਸੀਗੇ ਜਿਨ੍ਹਾਂ ਨੂੰ ਇਹ ਅਵਾਰਡ ਦਿੱਤਾ ਗਿਆ ਆ। ਇਹ ਅਵਾਰਡ ਇਹਨਾਂ ਨੂੰ ਇੱਕ ਵਾਰ ਪਹਿਲਾਂ ਵੀ ਮਿਲ ਚੁੱਕਾ 2018 ਦੇ ਵਿੱਚ ਵੀ, ਜਦੋਂ ਇਹਨਾਂ ਨੇ ਰੋਹਿੰਗਿਆ ਕ੍ਰਾਈਸਿਸ 'ਤੇ ਕਵਰੇਜ ਕੀਤੀ ਸੀਗੀ, ਅਤੇ ਇੱਦਾਂ ਹੁਣ ਉਹਨਾਂ ਨੂੰ ਦੂਜੀ ਵਾਰ ਫਿਰ ਮਿਲਿਆ। ਚਲੋ ਨੈਕਸਟ ਚੱਲਦੇ ਹਾਂ ਜੀ। ਇੱਕ ਪ੍ਰੈਜ਼ੀਡੈਂਟ ਕਲਰਸ ਅਵਾਰਡ ਹੁੰਦਾ। ਠੀਕ ਹੈ, ਪ੍ਰੈਜ਼ੀਡੈਂਟਸ ਕਲਰ ਅਵਾਰਡ ਇੰਡੀਆ ਵਿੱਚ ਦਿੱਤਾ ਜਾਂਦਾ ਆ। ਇਸ ਵਾਰ ਜਿਹੜਾ ਅਵਾਰਡ ਹੈ ਅਮਿਤ ਸ਼ਾਹ ਜੀ ਦੇ ਦੁਆਰਾ, ਜਿਹੜੇ ਆਪਣੇ ਯੂਨੀਅਨ ਹੋਮ ਮਿਨਿਸਟਰ ਆ, ਉਹਨਾਂ ਨੇ ਇਹਨੂੰ ਦਿੱਤਾ ਸੀਗਾ ਇਸ ਅਵਾਰਡ ਨੂੰ। ਇਹ ਅਵਾਰਡ ਕਿਹਨਾਂ ਨੇ ਇਸ ਵਾਰ ਲਿਆ ਆ? ਅਸਮ ਸਟੇਟ ਪੁਲਿਸ ਨੇ। ਠੀਕ ਹੈ, ਇੱਥੋਂ ਯਾਦ ਰੱਖਿਓ, ਕੁਐਸਚਨ ਬਣ ਸਕਦਾ ਕਿ ਪ੍ਰੈਜ਼ੀਡੈਂਟ ਕਲਰਸ ਅਵਾਰਡ ਕਿਹਨੂੰ ਮਿਲਿਆ ਇਸ ਵਾਰ? ਅਸਮ ਸਟੇਟ ਪੁਲਿਸ ਨੂੰ, ਕਿਉਂਕਿ ਉਹਨਾਂ ਨੇ ਕਾਫੀ ਵਧੀਆ ਕੰਮ ਕੀਤਾ ਹੈ ਪਿਛਲੇ 25 ਸਾਲਾਂ ਤੋਂ ਅਸਮ ਪੁਲਿਸ ਨੇ। ਠੀਕ ਹੈ, ਅਸਮ ਜਿਹੜਾ ਆ ਉਹ 10ਵਾਂ ਸਟੇਟ ਇੱਦਾਂ ਦਾ ਬਣਿਆ ਆ ਜਿਨ੍ਹਾਂ ਨੂੰ ਕੀ ਅਵਾਰਡ ਦਿੱਤਾ ਗਿਆ ਆ। ਅਤੇ ਜਿਹੜਾ ਪ੍ਰੈਜ਼ੀਡੈਂਟ ਕਲਰ ਅਵਾਰਡ ਆ ਇਹ ਕਦੋਂ ਦਿੱਤਾ ਜਾਂਦਾ? ਹਾਈਐਸਟ ਆਨਰ ਅਵਾਰਡ ਆ, ਜਿਹੜਾ ਕਿ ਮਿਲਟਰੀ ਅਤੇ ਪੁਲਿਸ ਨੂੰ ਦਿੱਤਾ ਜਾਂਦਾ ਆ, ਖਾਸ ਕਰ ਜਦੋਂ ਕੋਈ ਮਿਲਟਰੀ ਜਾਂ ਕੋਈ ਕਿਸੇ ਸਟੇਟ ਦੀ ਜਿਹੜੀ ਪੁਲਿਸ ਆ ਉਹ ਕਾਫੀ ਵਧੀਆ ਕੰਮ ਕਰਦੀ ਆ, ਉਸ ਕੇਸ ਦੇ ਵਿੱਚ ਇਹ ਦਿੱਤਾ ਜਾਂਦਾ ਜੀ ਅਵਾਰਡ। ਚਲੋ ਅੱਗੇ ਚੱਲਦੇ ਆਪਾਂ। ਨੈਕਸਟ ਆਪਣੇ ਕੋਲ ਹੈਗਾ ਬੁੱਕ ਪ੍ਰਾਈਜ਼ 2022। ਜਿਹੜਾ ਇਹ ਬੁੱਕ ਪ੍ਰਾਈਜ਼ ਆ, ਇੱਕ ਜਿਹੜੀ ਬੁੱਕ ਆਪਣੇ ਕੋਲ ਆ ਫ੍ਰੈਂਚ ਬੁੱਕ ਆ, ਫ੍ਰੈਂਚ ਨਾਵਲ ਆ, ਜਿਹਨੂੰ ਕੋਈ ਬੰਗਾਲੀ ਵਿੱਚ ਟਰਾਂਸਲੇਟ ਕੀਤਾ ਗਿਆ, ਉਹਨੂੰ ਇਹ ਮਿਲਿਆ। ਜਿਹੜਾ ਇਹ ਅਵਾਰਡ ਆ ਇਹ ਟਰਾਂਸਲੇਟਰ ਜਿਹੜੇ ਕਿ ਤ੍ਰਿਨੰਜਨ ਚੱਕਰਵਰਤੀ ਐਂਡ ਪਬਲਿਸ਼ਰ ਸੀਗੇ ਆਪਣੇ ਕੋਲੇ ਪਾਤਰਾ ਭਾਟੀਆ, ਇਹਨਾਂ ਨੂੰ ਇਹ ਅਵਾਰਡ ਮਿਲਿਆ। ਠੀਕ ਹੈ, ਜਿਹੜੇ ਪਾਤਰਾ ਭਾਟੀਆ ਨੇ ਇਹ ਫਸਟ ਇੱਦਾਂ ਦੇ ਨੇ ਜਿਹਨਾਂ ਨੂੰ ਇਹ ਫਸਟ ਅਵਾਰਡ ਮਿਲਿਆ, ਇਹਨਾਂ ਨੂੰ ਇਹ ਤੋਂ ਪਹਿਲਾਂ ਅਵਾਰਡ ਨਹੀਂ ਦਿੱਤਾ ਗਿਆ। ਚਲੋ ਨੈਕਸਟ ਦੇਖਦੇ ਆਪਾਂ। ਮਮਤਾ ਬੈਨਰਜੀ ਜੋ ਕਿ ਵੈਸਟ ਬੰਗਾਲ ਦੇ CM ਨੇ, ਉਹਨਾਂ ਨੂੰ ਇੱਕ ਅਵਾਰਡ ਮਿਲਿਆ ਆ ਬੰਗਲਾ ਅਕੈਡਮੀ ਅਵਾਰਡ, ਜੋ ਕਿ ਉਹਨਾਂ ਨੇ ਕਵਿਤਾ ਲਿਖੀ ਆ ਜੀ, ਕਵਿਤਾ ਬਿਤਾਨ ਦੇ ਲਈ। ਯਾਦ ਰੱਖਿਓ, ਕਵਿਤਾ ਬਿਤਾਨ ਕਿਹਨਾਂ ਦੁਆਰਾ ਲਿਖੀ ਗਈ ਹੈ? ਮਮਤਾ ਬੈਨਰਜੀ ਦੁਆਰਾ। ਇੱਥੋਂ ਵੀ ਕੁਐਸਚਨ ਬਣ ਸਕਦਾ ਆ। ਅਤੇ ਜਿਹੜਾ ਅਵਾਰਡ ਆ ਇਹ ਬੰਗਲਾ ਅਕੈਡਮੀ ਅਵਾਰਡ ਮਮਤਾ ਬੈਨਰਜੀ ਨੂੰ ਮਿਲਿਆ ਆ। ਮਮਤਾ ਬੈਨਰਜੀ ਨੇ ਜਿਹੜੀ ਕਵਿਤਾ ਬਿਤਾਨ, ਇਹਦਾ ਨਾਮ ਹੀ ਕਵਿਤਾ ਬਿਤਾਨ ਆ, ਇਹਨੂੰ ਲਾਂਚ ਕੀਤਾ ਸੀਗਾ 2020 ਦੇ ਵਿੱਚ। ਠੀਕ ਆ, 2020 ਦੇ ਵਿੱਚ ਕਲਕੱਤਾ ਬੁੱਕ ਫੇਅਰ 'ਤੇ ਇਹਨੂੰ ਲਾਂਚ ਕੀਤਾ ਸੀਗਾ। ਇਸ ਬੁੱਕ ਦੇ ਵਿੱਚ 946 ਪੋਇਮਸ ਨੇ ਜੋ ਕਿ ਲਿਖੀਆਂ ਗਈਆਂ ਨੇ ਮਮਤਾ ਬੈਨਰਜੀ ਦੇ ਦੁਆਰਾ। ਅਤੇ ਜਿਹੜਾ ਮਮਤਾ ਬੈਨਰਜੀ ਨੂੰ ਇਹ ਅਵਾਰਡ ਦਿੱਤਾ ਗਿਆ ਆ ਐਟ ਦਾ ਰਵੀ ਪ੍ਰਣਾਮ ਫੰਕਸ਼ਨ 'ਤੇ। ਜੋ ਰਵੀ ਪ੍ਰਣਾਮ ਫੰਕਸ਼ਨ ਆ ਇਹ ਔਰਗੇਨਾਈਜ਼ ਕੀਤਾ ਗਿਆ ਸੀਗਾ ਜਦੋਂ ਰਵਿੰਦਰਨਾਥ ਟੈਗੋਰ ਜੀ ਦੀ ਬਰਥ ਐਨੀਵਰਸਰੀ ਆ। ਠੀਕ ਹੈ ਜੀ, ਤਾਂ ਮਤਲਬ ਜੋ ਰਵਿੰਦਰਨਾਥ ਟੈਗੋਰ ਜੀ ਨੇ ਉਹਨਾਂ ਦੀ ਬਰਥ ਐਨੀਵਰਸਰੀ 'ਤੇ ਰਵੀ ਪ੍ਰਣਾਮ ਜੋ ਫੰਕਸ਼ਨ ਇੱਕ ਹੋਇਆ ਸੀਗਾ, ਉਸ ਫੰਕਸ਼ਨ 'ਤੇ ਇਹ ਜਿਹੜੀ ਬੁੱਕ ਅਵਾਰਡ ਆ, ਇਹ ਬੁੱਕ ਦਾ ਆਪਾਂ ਨੂੰ ਅਵਾਰਡ ਆ ਇਹ ਦਿੱਤਾ ਗਿਆ ਮਮਤਾ ਬੈਨਰਜੀ ਨੂੰ। ਚਲੋ ਨੈਕਸਟ ਆਪਾਂ ਸਪੋਰਟਸ ਦੇ ਰਿਲੇਟਡ ਦੇਖਦੇ ਹਾਂ। ਸਪੋਰਟਸ ਦੇ ਰਿਲੇਟਡ ਜੋ ਨਿਊਜ਼ ਨੇ, ਅਭਿਨਵ ਦੇਸ਼ਵਲ ਇਹਨਾਂ ਨੇ 2nd ਗੋਲਡ ਜਿੱਤਿਆ ਆ ਸ਼ੂਟਿੰਗ ਗੇਮ ਦੇ ਵਿੱਚ। ਜਿਹੜੀਆਂ ਸ਼ੂਟਿੰਗ ਗੇਮ ਆ ਇਹ ਬ੍ਰਾਜ਼ੀਲ ਦੇ ਵਿੱਚ ਹੋ ਰਹੀਆਂ ਨੇ, ਅਤੇ ਇਸ ਜਿਹੜੀ ਆਪਣੀ ਕੰਪੀਟੀਸ਼ਨ ਇਹਦਾ ਨਾਮ ਕੀ ਆ? ਡੈਫਓਲੰਪਿਕਸ। ਡੈਫਓਲੰਪਿਕਸ ਇਸ ਕੰਪੀਟੀਸ਼ਨ ਦਾ ਨਾਮ ਹੈ, ਅਤੇ ਬ੍ਰਾਜ਼ੀਲ ਦੇ ਵਿੱਚ ਹੋ ਰਿਹਾ ਆ। ਇਦੋਂ ਪਹਿਲਾਂ ਜਿਹੜਾ ਮੈਚ ਚੱਲ ਰਿਹਾ ਸੀਗਾ, ਪਹਿਲਾਂ ਟਾਈ ਹੋਇਆ ਸੀਗਾ, ਯੂਕਰੇਨ ਦਾ ਪਲੇਅਰ ਸੀਗਾ, ਉਹਨਾਂ ਨੇ ਸਿਲਵਰ ਜਿੱਤਿਆ ਆ। ਟਾਈ ਹੋਣ ਤੋਂ ਬਾਅਦ ਫਿਰ ਸ਼ੂਟ ਆਫ ਜਿਹੜਾ ਸੀਗਾ ਉਹ ਹੋਇਆ, ਅਤੇ ਉਹਦੇ ਵਿੱਚ ਇੰਡੀਆ ਦੇ ਪਲੇਅਰ ਨੇ ਗੋਲਡ ਜਿੱਤ ਲਿਆ ਸੀਗਾ। ਇੰਡੀਆ ਨੇ ਟੋਟਲ 4 ਮੈਡਲ ਜਿੱਤੇ ਆ ਇਸ ਸ਼ੂਟਿੰਗ ਕੰਪੀਟੀਸ਼ਨ ਦੇ ਵਿੱਚ।
ਜਿਹੜਾ 10 ਮੀਟਰ ਮੈਨਸ ਰਾਈਫਲ ਆ ਉਹਦੇ ਵਿੱਚ ਧਨੁਸ਼ ਸ਼੍ਰੀਕਾਂਤ ਜੀ ਨੇ 골ਡ ਜਿੱਤਿਆ ਆ ਅਤੇ ਸੂਰਿਆ ਸੈਨ ਨੇ ਬ੍ਰੌਂਜ਼ ਜਿੱਤਿਆ ਆ। ਤੇ ਜੇ ਆਪਾਂ ਵੂਮਨ ਦੀ ਗੱਲ ਕਰੀਏ ਤਾਂ ਵੈਦਿਕਾ ਸ਼ਰਮਾ ਨੇ ਬ੍ਰੌਂਜ਼ ਜਿੱਤਿਆ ਆ ਇਸ ਈਵੈਂਟ ਦੇ ਵਿੱਚੋਂ। ਬਸ ਇਹਦੇ ਵਿੱਚੋਂ ਇੰਪੋਰਟੈਂਟ ਕੀ ਆ, ਈਵੈਂਟ ਕਿੱਥੇ ਹੋਇਆ ਇਹ ਯਾਦ ਰੱਖਣਾ, ਤੇ ਕਿਹਨੇ ਪਲੇਅਰ ਨੇ ਕੀ ਅਵਾਰਡ ਜਿੱਤਿਆ ਇਹ ਵੀ ਆਪਾਂ ਯਾਦ ਰੱਖਣਾ। ਨੈਕਸਟ ਆਪਣੇ ਕੋਲ ਹੈਗਾ ਜੀ ਇੰਡੀਅਨ ਗ੍ਰੈਂਡ ਮਾਸਟਰ, ਜਿਨ੍ਹਾਂ ਦਾ ਨਾਮ ਹੈਗਾ ਡੀ ਗੁਸ਼ੇਖ। ਇਹਨਾਂ ਨੇ ਫਰਸਟ ਚੈਸੇਬਲ ਜੋ 97 ਫੋਰਮੇਟਰਾ ਓਪਨ 2022 ਚੈਸ ਟੂਰਨਾਮੈਂਟ ਸੀਗਾ ਜਿਹੜਾ ਕਿ ਪ੍ਰੀਮੀਅਮ ਵਿੱਚ ਹੋਇਆ ਸੀਗਾ, ਉੱਥੇ ਇਹਨਾਂ ਨੇ ਅਵਾਰਡ ਜਿੱਤਿਆ ਜੀ ਇਹ ਵਾਲਾ, ਠੀਕ ਹੈ। ਉਹਨਾਂ ਨੇ ਇਹ ਚੈਸੇਬਲ ਜਿਹੜਾ ਇਹ ਈਵੈਂਟ ਇਹਨਾਂ ਨੇ ਜਿੱਤਿਆ ਆ। ਨੈਕਸਟ ਨਿਊਜ਼ ਆਪਣੇ ਕੋਲ ਇੰਡੀਅਨ ਟੀਮ ਜਿਹੜੀ ਵੂਮਨ ਦੀ ਆ ਆਰਚਰ ਟੀਮ, ਜਿਹਦੇ ਵਿੱਚ ਪ੍ਰਨੀਤ ਕੌਰ ਆ, ਅਦਿਤੀ ਸਵਾਮੀ ਆ ਅਤੇ ਸਾਕਸ਼ੀ ਚੌਧਰੀ ਆ। ਇਹਨਾਂ ਨੇ ਇੰਡੀਆ ਦਾ ਫਰਸਟ 골ਡ ਮੈਡਲ ਜਿੱਤਿਆ ਆ ਕੰਟੀਨੈਂਟਲ ਮੀਟ ਦੇ ਵਿੱਚ। ਇਹਨਾਂ ਨੇ ਹਰਾਇਆ ਕਿਹੜੀ ਟੀਮ ਨੂੰ ਆ ਜੀ, ਕਜ਼ਾਕਿਸਤਾਨ ਨੂੰ, ਤੇ ਇਹ ਈਵੈਂਟ ਹੋਇਆ ਸੀਗਾ ਇਰਾਕ ਦੇ ਵਿੱਚ, ਠੀਕ ਆ, ਯਾਦ ਰੱਖਿਓ ਬਹੁਤ ਇੰਪੋਰਟੈਂਟ ਆ। ਇਹਦੇ ਨਾਲ ਨਾਲ ਜਿਹੜੀ ਮੈਨ ਦੀ ਟੀਮ ਆ ਉਹਨਾਂ ਨੇ ਸੈਕੰਡ 골ਡ ਜਿੱਤਿਆ ਆ। ਮੈਨ ਦੀ ਟੀਮ ਦੇ ਵਿੱਚ ਕੌਣ ਕੌਣ ਆ, ਪ੍ਰਥਮੇਸ਼ ਫੋਗ, ਰਿਸ਼ਵ ਯਾਦਵ ਤੇ ਸਮਾਧਨ, ਠੀਕ ਹੈ ਜੀ। ਇਹਨਾਂ ਨੇ ਸੈਕੰਡ 골ਡ ਜਿੱਤਿਆ ਇਸ ਈਵੈਂਟ ਦੇ ਵਿੱਚ। ਤੇ ਇਸ ਤੋਂ ਪਹਿਲਾਂ ਏਸ਼ੀਆ ਕੱਪ ਦੇ ਵਿੱਚ ਜਿਹੜੇ ਪ੍ਰਥਮੇਸ਼ ਆ ਤੇ ਸਮਦ ਆ ਇਹਨਾਂ ਨੇ ਬ੍ਰੌਂਜ਼ ਦਾ ਮੈਡਲ ਵੀ ਜਿੱਤ ਚੁੱਕੇ ਨੇ ਦੋਨੋਂ ਜਣੇ। ਚਲੋ ਨੈਕਸਟ ਆਪਣੇ ਕੋਲ ਹੈਗਾ ਜੀ ਸਾਇੰਸ ਐਂਡ ਡਿਫੈਂਸ ਦੇ ਰਿਲੇਟਡ। ਨੈਕਸਟ ਨਿਊਜ਼ ਆਪਣੇ ਕੋਲੇ HS-200 ਦੇ ਰਿਲੇਟਡ। HS-200 ਇੱਕ ਸੋਲਿਡ ਰਾਕਟ ਬੂਸਟਰ ਆ ਜਿਹਨੂੰ ਕਿ ਟੈਸਟ ਕੀਤਾ ਗਿਆ ਇਸਰੋ ਦੇ ਦੁਆਰਾ, ਤੇ ਜਿਹੜਾ ਇਹਦਾ ਯੂਜ਼ ਕੀਤਾ ਜਾਣਾ ਉਹ ਗਗਨਯਾਨ ਜਿਹੜਾ ਮਿਸ਼ਨ ਆਪਣਾ ਜੋ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਣਾ ਸ਼੍ਰੀ ਹਰੀਕੋਟਾ ਤੋਂ, ਉੱਥੇ ਇਹਨੂੰ ਯੂਜ਼ ਕੀਤਾ ਗਿਆ ਆ। ਗਗਨਯਾਨ ਕੀ ਆ, ਇਹਦੇ ਵਿੱਚ ਆਪਣੇ ਕੁਝ ਜਿਹੜੇ ਇੰਡੀਆ ਤੋਂ ਕੁਝ ਲੋਕ ਨੇ ਜੋ ਕਿ ਆਪਣੇ ਸਪੇਸ ਦੇ ਵਿੱਚ ਜਾਣਗੇ, ਲਗਭਗ ਜੋ ਲੋਅਰ ਔਰਬਿਟ ਆ 200 ਤੋਂ 300-400 ਕਿਲੋਮੀਟਰ ਦੀ ਹਾਈਟ ਤੱਕ ਜਾਣਗੇ ਇਸ ਮਿਸ਼ਨ ਦੇ ਅੰਡਰ। ਤੇ ਜੋ HS-200 ਆ ਇਹ ਪਾਰਟ ਹੈਗਾ ਆਪਣੇ ਕੋਲ GSLV Mark 3 ਦਾ। ਤੇ GSLV Mark 3 ਦੀ ਫੁੱਲ ਫਾਰਮ ਕੀ ਆਪਣੇ ਕੋਲ ਜੀ, ਜਿਓ ਸਿਨਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ। ਇਸ ਲਾਂਚ ਵਹੀਕਲ ਦਾ ਇਹ ਪਾਰਟ ਆ। GSLV Mark 3 ਆਪਣੇ ਕੋਲੇ 3 ਸਟੇਜ ਵਹੀਕਲ ਆ। ਫਰਸਟ ਸਟੇਜ ਦੇ ਵਿੱਚ ਸੋਲਿਡ ਫਿਊਲ ਹੁੰਦਾ ਆ, ਸੈਕੰਡ ਦੇ ਵਿੱਚ ਲਿਕੁਇਡ ਫਿਊਲ ਹੁੰਦਾ ਆ, ਤੇ ਥਰਡ ਦੇ ਵਿੱਚ ਲਿਕੁਇਡ ਹਾਈਡਰੋਜਨ ਐਂਡ ਲਿਕੁਇਡ ਆਕਸੀਜਨ ਹੁੰਦੀ ਆ। ਯਾਦ ਰੱਖਿਓ ਬਹੁਤ ਇੰਪੋਰਟੈਂਟ ਆ ਜੀ, ਫਰਸਟ ਦੇ ਵਿੱਚ ਸੋਲਿਡ ਆ, ਬਾਕੀ ਦੋ ਦੇ ਵਿੱਚ ਲਿਕੁਇਡ ਆ। ਪੁੱਛ ਲੈਂਦੇ ਆ ਕਿ GSLV ਕਿੰਨੇ ਸਟੇਜ ਵਹੀਕਲ ਆ, ਜਿਹਦੇ ਵਿੱਚ ਕਿਹੜਾ ਫਿਊਲ ਯੂਜ਼ ਕੀਤਾ ਜਾਂਦਾ ਆ, ਠੀਕ ਆ। ਇਹ ਸੀਗੇ ਆਪਣੇ ਕੁਝ ਇੰਪੋਰਟੈਂਟ ਇਸ ਵੀਕ ਦੇ ਕਰੰਟ ਅਫੇਅਰਸ। ਉਮੀਦ ਆ ਤੁਹਾਨੂੰ ਵਧੀਆ ਲੱਗੇ ਹੋਣਗੇ ਜੀ। ਜੇ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਸਪੋਰਟ ਕਰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜੋ ਵੀ ਕੁਐਸਚਨ ਪੁੱਛਿਆ ਉਹਨਾਂ ਦੇ ਆਨਸਰ ਜ਼ਰੂਰ ਦਿਓ ਜੀ, ਠੀਕ ਆ। ਬਾਕੀ ਕੋਈ ਵੀ ਕੁਐਰੀ ਹੈ ਤੁਹਾਡੀ PPSC ਨੂੰ ਲੈ ਕੇ, PCS ਨੂੰ ਲੈ ਕੇ, UPSC ਨੂੰ ਲੈ ਕੇ, ਜਾਂ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਆਉਣ ਵਾਲੇ ਨੇ, ਜਿਵੇਂ ਕਿ ਆਪਾਂ ਹੁਣ ਗੱਲ ਕੀਤੀ ਆ ਜੀ ਐਕਸਾਈਜ਼ ਇੰਸਪੈਕਟਰ ਦੀ ਵੀ ਗੱਲ ਕੀਤੀ ਆ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਇੱਥੇ ਕੰਟੈਕਟ ਕਰ ਸਕਦੇ ਹੋ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।